ਸਿੱਖੀ ਸਿੱਖਿਆ ਗੁਰ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Sad Sangat ji, welcome to another show of Sikhi Sikhya Gur Vichar. And as is the usual format of the show, we will have Bhai Harbinder Singh ji do his katha in Punjabi. And then at the end of the show, I will do a summary to the best of my ability, a translation, if you like, in English, to summarise what's been said. I don't need to introduce Bhai Harbinder Singh ji too much because I have made the introduction in the past, and those of you who have watched the previous two episodes will obviously know Bhai Sahab well. So I'll pass you over to Bhai Harbinder Singh ji. ਸਿੱਖੀ ਸਿੱਖਿਆ ਗੁਰ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਵੀਰ ਕੁਲਦੀਪ ਸਿੰਘ ਜੀ ਅਕਾਲ ਚੈਨਲ ਵਾਲਿਆਂ ਦਾ, ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਹੈ ਕਿ ਸੰਗਤ ਕੀ ਹੈ, ਕੁਸੰਗਤ ਕੀ ਹੁੰਦੀ ਹੈ, ਸੰਗਤ ਵਿੱਚ ਆਉਣਾ ਕਿਵੇਂ ਹੈ, ਸੰਗਤ ਵਿੱਚ ਵਿਚਰਨਾ ਕਿਵੇਂ ਚਾਹੀਦਾ ਹੈ, ਇਹਦੇ 'ਤੇ ਵਿਚਾਰ ਸਾਂਝੇ ਕਰਨ ਲਈ ਹੁਕਮ ਕੀਤਾ ਹੈ। ਜੇ ਆਪਾਂ ਪਹਿਲਾਂ ਵਿਚਾਰਿਆ ਸੀ ਸੰਗਤ ਵਿੱਚ ਮਨੁੱਖ ਆ ਕੇ ਕੁਛ ਸਿੱਖਦਾ, ਕਿਉਂਕਿ ਸਾਡਾ ਮਦਰਸਾ ਹੈ, ਸਾਡੀ ਇਹ ਟਕਸਾਲ ਹੈ, ਸਾਡਾ ਇਹ ਸਕੂਲ ਹੈ ਜਿੱਥੋਂ ਸਾਨੂੰ ਗੁਰਮਤਿ ਦੀ ਸੋਝੀ ਮਿਲਦੀ ਹੈ, ਜਿੱਥੇ ਆ ਕੇ ਅਸੀਂ ਜੀਵਨ ਜਾਚ ਸਿੱਖਣੀ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ, ਆਉਂਦੇ ਨੇ ਚੰਦਨ ਵਾਸ ਬਨਾਸਪਤ ਸਭ ਚੰਦਨ ਹੋਵੇ। ਚੰਦਨ ਦੀ ਸੰਗਤ ਵਿੱਚ ਰਹਿ ਕੇ ਸਮੁੱਚੀ ਬਨਸਪਤੀ ਚੰਦਨ ਦਾ ਰੂਪ ਬਣ ਜਾਂਦੀ ਹੈ, ਸਾਰੀ ਸੁਗੰਧਤ ਹੋ ਜਾਂਦੀ ਹੈ। ਤੇ ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੇ। 8 ਧਾਤਾਂ ਵਿੱਚੋਂ ਕੋਈ ਧਾਤ ਵੀ ਜੇ ਪਾਰਸ ਦੀ ਸੰਗਤ ਕਰ ਜਾਏ, ਪਾਰਸ ਦੇ ਨਾਲ ਛੋ ਜਾਏ, ਤੇ ਉਹ ਵੀ ਪਾਰਸ ਸੋਨੇ ਦਾ ਰੂਪ ਬਣ ਜਾਂਦੀ ਹੈ। ਤੇ ਇਵੇਂ ਹੀ ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋਵੇ। ਛੋਟੇ ਛੋਟੇ ਨਾਲੇ, ਛੋਟੀਆਂ ਛੋਟੀਆਂ ਨਦੀਆਂ, ਗੰਗਾ ਨੂੰ ਲੋਕੀ ਪਵਿੱਤਰ ਮੰਨਦੇ ਨੇ, ਤੇ ਜਦੋਂ ਉਹਦੇ ਵਿੱਚ ਮਿਲ ਜਾਂਦੀਆਂ ਨੇ ਤੇ ਛੋਟੇ ਨਾਲੇ ਤੇ ਨਦੀਆਂ ਵੀ ਉਸ ਨਦੀ ਦੇ ਵਿੱਚ ਮਿਲ ਕੇ ਪਵਿੱਤਰ ਰੂਪ ਧਾਰਨ ਕਰ ਜਾਂਦੇ ਨੇ। ਲੋਕੀ ਉਹਨਾਂ ਵਿੱਚੋਂ ਵੀ ਜਲ ਲੈ ਕੇ ਘਰਾਂ ਵਿੱਚ ਛਿੜਕਾ ਕਰਦੇ ਨੇ। ਇਵੇਂ ਹੀ ਭਾਈ ਸਾਹਿਬ ਆਖਦੇ ਨੇ, ਪਤਤ ਉਦਾਹਰਣ ਸਾਧ ਸੰਗ ਪਾਪਾਂ ਮਲ ਧੋਵੈ। ਸੰਗਤ ਦਾ ਗੁਣ ਹੈ, ਸੰਗਤ ਦੀ ਇਹ ਵਿਸ਼ੇਸ਼ਤਾ ਹੈ। ਜੇ ਕੋਈ ਸੰਗਤ ਕਰ ਲਏ, ਸੰਗਤ ਸ੍ਰੇਸ਼ਟ ਹੋਵੇ, ਤੇ ਉਹ ਪਾਪਾਂ ਦੀ ਮੈਲ ਜਿਹੜੀ ਹੈ ਉਹਦੇ ਨਾਲ ਧੋ ਹੋ ਜਾਂਦੀ। ਸੰਗਤ ਕਰਨ ਕਰਕੇ ਮਨੁੱਖ ਜਿਹੜੇ ਪਸ਼ੂ ਵੀ ਨੇ ਉਹ ਵੀ ਸ਼ੁਭ ਗੁਣਾਂ ਦੇ ਧਾਰਨੀ ਹੋ ਜਾਂਦੇ ਨੇ, ਤੇ ਕੁਸੰਗਤ ਕਰਨ ਕਰਕੇ ਜਿਹੜਾ ਮਨੁੱਖ ਹੈ ਉਹ ਵੀ ਕਈ ਵਾਰ ਪਸ਼ੂ ਬਿਰਤੀ ਦਾ ਬਣ ਜਾਂਦਾ ਹੈ। ਇਤਿਹਾਸ ਵਿੱਚ ਸਾਡੇ ਬਹੁਤ ਸਾਰੀਆਂ ਸਾਖੀਆਂ ਵੀ ਇਸ ਤਰ੍ਹਾਂ ਦੀਆਂ ਮੌਜੂਦ ਨੇ ਔਰ ਆਪਾਂ ਜਾਣਦੇ ਹਾਂ। ਔਰ ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਵੇਲ ਆਪਣੇ ਆਪ ਵਿੱਚ ਧਰਤੀ ਤੇ ਰਿੰਗ ਸਕਦੀ ਹੈ, ਧਰਤੀ ਤੇ ਪਈ ਰਹੇਗੀ, ਆਪਣੇ ਵਿੱਚ ਉਹਦੀ ਹਿੰਮਤ ਨਹੀਂ, ਉਹ 'ਚ ਇੰਨੀ ਸਟਰੈਂਥ ਨਹੀਂ ਵੀ ਉਹ ਉੱਚੀ ਉੱਠ ਸਕੇ। ਪਰ ਜੇ ਉਸੇ ਬੇਲ ਨੂੰ ਕਿਸੇ ਚੰਗੇ ਉੱਚੇ ਦਰਖਤ ਦੀ ਸੰਗਤ ਮਿਲ ਜਾਏ, ਉਹਦਾ ਆਸਰਾ ਮਿਲ ਜਾਏ, ਤੇ ਜਿੱਡਾ ਉੱਚਾ ਉਹ ਦਰਖਤ ਹੈ, ਉਹ ਦਰਖਤ ਤੋਂ ਦੀ ਟੀਸੀ ਤੱਕ ਉਹ ਬੇਲ ਜਿਹੜੀ ਹੈ ਉਹਨੂੰ ਚਿੰਬੜ ਕੇ ਉਹਦੇ ਨਾਲ ਲੱਗ ਕੇ ਪਹੁੰਚ ਜਾਂਦੀ ਹੈ। ਔਰ ਉੱਚਿਆਂ ਹੋਣ ਦਾ ਕਾਰਨ ਉਹ ਦਰਖਤ ਹੈ, ਉਹਦੀ ਸੰਗਤ ਹੈ। ਇਵੇਂ ਆਪਾਂ ਵੇਖਦੇ ਹਾਂ ਦੂਜੇ ਪਾਸੇ ਜੇ ਕੁਸੰਗਤ ਹੈ। ਕਬੀਰ ਸਾਹਿਬ ਨੇ ਬੜੀ ਸੁੰਦਰ ਮਿਸਾਲ ਦਿੱਤੀ ਹੈ, ਉਹਦੇ ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਕੇਲੇ ਦੇ ਨਾਲ ਬੇਰੀ ਦਾ ਦਰਖਤ ਉੱਗ ਪਿਆ, ਕੇਲਾ ਵੀ ਝੂਲਦਾ ਹਵਾ ਨਾਲ ਤੇ ਬੇਰੀ ਵੀ ਝੂਲਦੀ ਹੈ। ਤੇ ਕਿਉਂਕਿ ਬੇਰੀ ਨੂੰ ਕੰਡੇ ਨੇ, ਹੋ ਕੀ ਰਿਹਾ, ਜਦੋਂ ਝੂਲਦੇ ਨੇ ਇੱਕ ਦੂਜੇ ਦੇ ਨਾਲ ਸਿੱਧੇ ਸੰਪਰਕ ਵਿੱਚ ਆਉਂਦੇ ਨੇ, ਇੱਕ ਦੂਜੇ ਨੂੰ ਸਪਰਸ਼ ਕਰਦੇ ਨੇ, ਤੇ ਕੇਲੇ ਦੇ ਪੱਤੇ ਜਿਹੜੇ ਨੇ ਉਹ ਸਗੋਂ ਚੀਰ ਹੋ ਰਹੇ ਨੇ, ਉਹ ਸਾਬਤ ਨਹੀਂ ਰਹਿ ਰਹੇ। ਕਿਉਂਕਿ ਸੰਗਤ ਤੇ ਕੁਸੰਗਤ ਦਾ ਫਰਕ ਹੈ। ਹੁਣ ਇੱਕ ਨਸ਼ਤਰ ਹੈ, ਇੱਕ ਡਾਕਟਰ ਦੇ ਹੱਥ ਵਿੱਚ ਫੜਿਆ ਹੋਇਆ, ਉਹ ਬੜੇ ਅਸਾਧ ਰੋਗਾਂ ਦੇ ਆਪਰੇਸ਼ਨ ਵੀ ਕਰਦਾ ਹੈ,
ਉਹ ਇੱਕ ਬੰਦੇ ਦੀ, ਇੱਕ ਮਨੁੱਖ ਦੀ ਜਾਨ ਬਚਾਉਣ ਦਾ ਸਬੱਬ ਬਣਦਾ ਹੈ। ਨਸ਼ਤਰ ਹੱਥ ਵਿੱਚ ਡਾਕਟਰ ਦੇ ਹੈ, ਪੇਟ ਪਾੜ ਰਿਹਾ ਮਨੁੱਖ ਦਾ, ਪਰ ਉਹ ਪਾੜ ਰਿਹਾ ਮਨੁੱਖ ਚੂੰਕਿ ਸੰਗਤ ਉਸ ਨਸ਼ਤਰ ਨੂੰ ਡਾਕਟਰ ਦੀ ਹੈ, ਉਹ ਪਾੜ ਰਿਹਾ ਮਨੁੱਖ ਦਾ ਪੇਟ ਇਸ ਕਰਕੇ ਕਿ ਉਹਨੂੰ ਬਚਾ ਸਕਾਂ। ਦੂਜੇ ਪਾਸੇ ਇੱਕ ਧਾੜਵੀ ਦੇ ਹੱਥ ਵਿੱਚ ਹੈ ਨਸ਼ਤਰ ਉਹਦੇ ਵੀ, ਪਰ ਉਹ ਨਸ਼ਤਰ ਉਹਦੀ ਭਾਵਨਾ ਪਿੱਛੇ ਵੱਖਰੀ ਹੈ। ਉਹ ਇਹ ਕਰ ਰਿਹਾ ਕਿਸੇ ਮਨੁੱਖ ਦੀ ਜ਼ਿੰਦਗੀ ਵਿੱਚੋਂ ਮੌਤ ਭਾਲ ਰਿਹਾ। ਉਹ ਮੌਤ ਵਿੱਚੋਂ ਜ਼ਿੰਦਗੀ ਭਾਲ ਰਿਹਾ ਸੀ, ਇਹ ਕਿਸੇ ਦੀ ਜ਼ਿੰਦਗੀ ਵਿੱਚੋਂ ਮੌਤ ਭਾਲ ਰਿਹਾ। ਫਰਕ ਦੋਨਾਂ ਦੀ ਭਾਵਨਾਵਾਂ ਦਾ। ਸੰਗਤ ਭਾਵੇਂ ਨਸ਼ਤਰ ਨੂੰ ਸੰਗਤ ਡਾਕਟਰ ਦੀ ਹੋ ਗਈ ਤੇ ਉਹਦਾ ਸਿੱਟਾ ਹੋਰ ਨਿਕਲੇਗਾ, ਉਸੇ ਨਸ਼ਤਰ ਨੂੰ ਸੰਗਤ ਜਿਹੜੀ ਹੈ ਕਿਸੇ ਧਾੜਵੀ ਦੀ ਕੁਸੰਗਤ ਹੋ ਗਈ ਤੇ ਉਹਦਾ ਜਿਹੜਾ ਸਿੱਟਾ ਉਹ ਬਿਲਕੁਲ ਦੂਸਰਾ ਨਿਕਲੇਗਾ। ਆਪਾਂ ਸਾਰੇ ਜਾਣਦੇ ਹਾਂ। ਦੂਸਰਾ ਇੱਕ ਸੰਗਤ ਕਰਦਿਆਂ ਮਨੁੱਖ ਇੱਕ ਗੱਲ ਖਿਆਲ ਰੱਖਣੀ, ਵਿਸ਼ਵਾਸ ਜਿਹੜਾ ਭਰੋਸਾ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਆਉਣਾ ਹੈ। ਸੰਗਤ ਤੋਂ ਭਾਵ ਕੇਵਲ ਇੰਨਾ ਹੀ ਨਹੀਂ ਵੀ ਆਪਾਂ ਆ ਕੇ ਤੇ ਮੱਥਾ ਟੇਕ ਲਿਆ, ਸੰਗਤ ਵਿੱਚ ਆ ਗਏ, ਬੈਠ ਗਏ, ਚਲੋ ਆਪਣਾ ਕੰਮ ਖਤਮ ਹੋ ਗਿਆ। ਨਹੀਂ, ਸੰਗਤ ਵਿੱਚ ਆਉਣ ਲੱਗਿਆਂ ਸਾਡਾ ਵਿਸ਼ਵਾਸ ਕਿੰਨਾ ਕੁ ਗੁਰੂ ਉੱਤੇ, ਸਾਡਾ ਭਰੋਸਾ ਕਿੰਨਾ ਗੁਰੂ ਉੱਤੇ, ਸਾਡੀ ਭਾਵਨਾ ਕਿੱਦਾਂ ਦੀ ਹੈ ਗੁਰਦੁਆਰਾ ਸਾਹਿਬ ਆ ਕੇ, ਇਹ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਕਾਊਂਟ ਕਰਦੀਆਂ ਨੇ ਬਜਾਏ ਸਰੀਰ ਦੀ ਹਾਜ਼ਰੀ ਦੇ। ਚੁੱਕੇ ਇਤਿਹਾਸਕ ਜ਼ਿਕਰ ਵੀ ਮਿਲਦਾ ਹੈ, ਜੇ ਮਨ ਕਰਕੇ ਮਨੁੱਖ ਹਾਜ਼ਰ ਨਹੀਂ ਤੇ ਉਹਦੀ ਤਨ ਦੀ ਹਾਜ਼ਰੀ ਕਈ ਵਾਰ ਬਹੁਤੀ ਗਿਣਤੀ ਵਿੱਚ ਨਹੀਂ ਹੁੰਦੀ। ਕਈ ਵਾਰ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਸਤਿਗੁਰੂ ਕਿਰਪਾ ਕਰਨ ਸਾਨੂੰ ਇਹ ਸਮਤ ਆ ਜਾਏ, ਸਾਨੂੰ ਇਹ ਸੋਝੀ ਆ ਜਾਏ ਸੰਗਤ ਵਿੱਚ ਅਸੀਂ ਵਿਚਰਨਾ ਕਿਵੇਂ ਆ। ਹੁਣ ਆਪਾਂ ਵੇਖੀਏ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਭਗਤ ਨਾਮਦੇਵ ਜੀ ਦੇ ਪਿਤਾ ਜੀ ਸਾਰੀ ਜ਼ਿੰਦਗੀ ਠਾਕਰਾਂ ਦੀ ਪੂਜਾ ਕਰਦੇ ਰਹੇ, ਸਾਰੀ ਜ਼ਿੰਦਗੀ ਉਹਨਾਂ ਨੂੰ ਭੋਗ ਲਵਾਉਂਦੇ ਰਹੇ, ਸਾਰੀ ਜ਼ਿੰਦਗੀ ਉਹਨਾਂ ਨੇ ਟੱਲ ਖੜਕਾਏ, ਸਾਰੀ ਜ਼ਿੰਦਗੀ ਪ੍ਰਕਰਮਾਂ ਕੀਤੀਆਂ ਠਾਕਰ ਦੁਆਰੇ ਵਿੱਚ ਜਾ ਕੇ। ਪਰ ਨਤੀਜਾ ਕੀ ਨਿਕਲਿਆ? ਉਹਨਾਂ ਨੂੰ ਵੀ ਪਤਾ ਸੀ ਵੀ ਮੈਂ ਕੀ ਕਰ ਰਿਹਾ ਤੇ ਦੇਖਣ ਵਾਲਿਆਂ ਨੂੰ ਵੀ ਪਤਾ ਸੀ। ਜੋ ਗੁਰਬਾਣੀ ਨੇ ਦੱਸਿਆ, ਜੋ ਗੁਰਬਾਣੀ ਨੇ ਦੱਸਿਆ ਹੈ ਕਿ ਦੋਨਾਂ ਦੇ ਮਨ ਵਿੱਚ ਸੀ ਵੀ ਭਾਤ ਪਹਿਰਾ ਰਲਾਪਸੀ ਕਰ ਕਰਾ ਕਾਸਾਰ, ਭੋਗਣ ਹਾਰੇ ਭੋਗਿਆ ਤਿਸ ਮੂਰਤ ਕੇ ਮੁਖਸ਼ਾਰ। ਗੁਰੂ ਗ੍ਰੰਥ ਸਾਹਿਬ ਜੀ ਠਾਕਰਾਂ ਨੂੰ ਕੋਈ ਚੀਜ਼ ਲਿਆਂਦੀ, ਦੁੱਧ ਲਿਆਂਦਾ, ਕੜਾਹ ਤੇ ਉਂਗਲ ਨਾਲ ਉਹਨਾਂ ਦੇ ਮੂੰਹ ਨੂੰ ਲਾ ਦੇਣਾ, ਭੋਗ ਲੱਗ ਗਿਆ। ਦੁੱਧ ਦੀ ਉਂਗਲ ਲਾ ਕੇ ਮੂੰਹ ਨੂੰ ਲਾ ਦੇਣੀ, ਭੋਗ ਲੱਗ ਗਿਆ। ਰੋਜ਼ ਦਾ ਨੇਮ ਬਣਾਇਆ ਹੋਇਆ। ਤੇ ਇੱਕ ਦਿਨ ਕਿਤੇ ਚਲੇ ਗਏ ਨੇ, ਆਪ ਕਿਤੇ ਬਾਂਢੇ ਜਾਣਾ, ਕਿਤੇ ਬਾਹਰ ਜਾਣਾ, ਮੇਲ ਮਿਲਾਪ ਵਿੱਚ ਰਿਸ਼ਤੇਦਾਰੀ ਦੇ ਜਾਣਾ, ਤੇ ਆਪਣੇ ਬੇਟੇ ਨਾਮਦੇਵ ਜੀ ਨੂੰ ਆਖ ਗਏ ਕਿ ਨਾਮਦੇਵ ਅੱਜ ਤੁਸਾਂ ਠਾਕਰਾਂ ਨੂੰ ਭੋਗ ਲਵਾਉਣਾ ਤੇ ਭੋਗ ਲਵਾਉਣ ਤੋਂ ਬਾਅਦ ਫੇਰ ਕੁਛ ਛਕਣਾ। ਹੁਣ ਭੋਲਾ ਭਾ ਉਹ ਅਜਿਹੇ ਜਿਹੜੇ ਧਾਰਮਿਕ ਵਲਸ਼ਲ ਸਨ ਉਹ ਨਹੀਂ ਸਨ ਜਾਣਦੇ। ਉਹਨਾਂ ਦੇ ਮਤਲਬ ਸੀ ਭੋਗ ਲਾਉਣ ਦਾ ਮਤਲਬ ਕੁਛ ਛਕਣਾ ਤੇ ਕੁਛ ਉਹਨਾਂ ਨੂੰ ਛਕਾਉਣਾ। ਔਰ ਹੋਇਆ ਕੀ, ਬੈਠ ਗਏ ਨੇ, ਟਾਈਮ ਲੰਘਦਾ ਗਿਆ, ਬੀਤ ਗਿਆ, ਦਿਹਾੜੀ ਲੰਘ ਗਈ, ਮੋਹਰੇ ਬੈਠੇ ਨੇ, ਦੁੱਧ ਦੀ ਕਟੋਰੀ ਭੜੀ ਹੋਈ ਹੈ ਔਰ ਭੁੱਖਾ ਉਹਨਾਂ ਨੂੰ ਆਖ ਰਹੇ ਨੇ ਤੁਸੀਂ ਮੇਰੇ ਪਿਤਾ ਜੀ ਤੋਂ ਦੁੱਧ ਪੀਂਦੇ ਸੋ ਤੇ ਮੇਰੇ ਕੋਲੋਂ ਕਿਉਂ ਨਹੀਂ ਪੀਂਦੇ, ਮੇਰੇ ਕੋਲੋਂ ਕੀ ਅਵੱਗਿਆ ਹੋਈ। ਫਿਰ ਨਾਲ ਇਹ ਵੀ ਆਖਦੇ ਨੇ, ਮਨ ਵਿੱਚ ਖਦਸ਼ਾ ਵੀ ਹੈ ਕਿ ਜੇ ਮੈਂ ਭੋਗ ਨਾ ਲਵਾਇਆ ਜਾਂ ਠਾਕਰ ਜੀ ਤੁਸੀਂ ਦੁੱਧ ਨਾ ਪੀਤਾ ਤੇ ਮੇਰੇ ਪਿਤਾ ਜੀ ਨੇ ਮੈਨੂੰ ਗੁੱਸੇ ਹੋਣਾ ਤੇ ਫਿਰ ਮੇਰੀ ਹਾਲਤ ਕੀ ਹੋਏਗੀ। ਤੁਸੀਂ ਮੇਰੇ ਕੋਲੋਂ ਅਵੱਗਿਆ ਕੀ ਉਹਦਾ ਮੈਨੂੰ ਪਤਾ ਤੇ ਲੱਗੇ ਜਿਹੜਾ ਮੈਂ ਕੁਝ ਸੁਧਾਰ ਕਰ ਸਕਾਂ। ਉਸ ਗੱਲ ਦਾ ਜ਼ਿਕਰ ਭਗਤ ਜੀ ਨੇ ਆਪਣੀ ਬਾਣੀ ਵਿੱਚ ਵੀ ਕੀਤਾ। ਉਸ ਹਾਲਾਤ ਦਾ ਜਦੋਂ ਭੋਗ ਲਵਾਉਣ ਲਈ ਗਏ ਨੇ, ਅੰਮ੍ਰਿਤ ਕਟੋਰੀ ਭਰ ਲਈ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗੇ ਧਰੀ। ਤੇ ਕਿਆ ਕਿਨੇ दूध पीओ गोबिंदा राये, दूध पीओ मेरो मन पति आए। ਤੇ ਕਿਉਂ ਨਾਲ ਇਹ ਵੀ ਦੱਸਦੇ ਨੇ, ਉਹ ਆਖਦੇ ਨਹੀਂ ਤਾਂ ਘਰ ਕੋ ਬਾਪ ਰਿਸਾਏ, ਨਹੀਂ ਹੋਇਆ ਤੇ ਨਾ ਪੀਤਾ ਤੇ ਮੇਰੇ ਪਿਤਾ ਜੀ ਮੈਨੂੰ ਗੁੱਸੇ ਹੋਣਗੇ, ਮੈਨੂੰ ਮਾਰਨਗੇ। ਵੀ ਕਾਰਨ ਕੀ? ਜਦੋਂ ਦੇਖਿਆ ਬਹੁਤ ਸਾਰਾ ਸਮਾਂ ਲੰਘ ਗਿਆ, ਨਾ ਕੁਝ ਆਪ ਛਕਿਆ, ਨਾ ਕੁਝ, ਨਾ ਠਾਕਰ ਭੋਗ ਲਾ ਰਿਹਾ। ਤੇ ਜਦੋਂ ਸਮਾਂ ਬੀਤਦਾ ਗਿਆ, ਅਖੀਰ ਹੋਇਆ ਕੀ? ਭਗਤ ਨਾਮਦੇਵ ਜੀ ਦਾ ਨਿਸ਼ਚਾ ਵੇਖ ਕੇ, ਭਗਤ ਨਾਮਦੇਵ ਜੀ ਦਾ ਦ੍ਰਿੜ ਵਿਸ਼ਵਾਸ ਵੇਖ ਕੇ
ਕਿਉਂਕਿ ਪਰਮੇਸ਼ਰ ਤੇ ਉਹਦੇ ਘਟ ਘਟ ਵਿੱਚ ਵਸਦਾ ਹੈ, ਪਰਮੇਸ਼ਰ ਤੇ ਹਰ ਜਰਰੇ ਵਿੱਚ ਹੈ, ਪਰਮੇਸ਼ਰ ਤੇ ਹਰ ਥਾਂ ਹੈ, ਹਰ ਵਸਤੂ ਵਿੱਚ ਹੈ। ਪਰ ਗੱਲ ਅਸੀਂ ਸਾਡੇ ਲਈ ਵੇਖਣਾ ਮੁਹਾਲ ਹੋਇਆ ਪਿਆ। ਜਿਨ੍ਹਾਂ ਵੇਖਿਆ ਉਹਨਾਂ ਨੇ ਤਾਂ ਉਹਨਾਂ ਲਈ ਤੇ ਹਰ ਹੱਟ ਪੀ ਤੂੰ ਤੂੰ ਕਰੇ, ਬੋਲੇ ਭਲੀ ਵਾਣ, ਸਾਹਿਬ ਸਦਾ ਹਜੂਰ ਹੈ, ਕਿਆ ਉੱਚੀ ਕਰੇ ਪੁਕਾਰ। ਉਹਨਾਂ ਲਈ ਤਾਂ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹਨਾਂ ਲਈ ਤੇ ਹਰ ਘਟ ਵਿੱਚ ਹਰ ਥਾਂ ਤੇ ਰੱਬ ਵਸਦਾ ਹੈ, ਹਰ ਥਾਂ ਤੇ ਉਹ ਰੱਬ ਨੂੰ ਵੇਖਦੇ ਨੇ। ਪਰ ਭਗਤ ਨਾਮਦੇਵ ਜੀ ਨੂੰ ਵਿਸ਼ਵਾਸ ਹੈ ਕਿ ਮੇਰਾ ਦੁੱਧ ਜਿਹੜਾ ਆਪਣੇ ਰੱਖਿਆ ਹੋਇਆ ਠਾਕਰ ਜੀ ਜ਼ਰੂਰ ਪੀਣਗੇ। ਅਰਦਾਸਾਂ ਕਰਨ ਤੋਂ ਬਾਅਦ, ਮਿੰਨਤਾਂ ਬੇਨਤੀਆਂ ਜੋਦੜੀਆਂ ਕਰਨ ਤੋਂ ਬਾਅਦ ਹੋਇਆ ਕਿ ਆਪ ਪਰਮੇਸ਼ਰ ਪ੍ਰਗਟ ਹੋਏ ਔਰ ਭਗਤ ਨਾਮਦੇਵ ਜੀ ਤੋਂ ਲੈ ਕੇ ਦੁੱਧ ਪੀਤਾ। ਬੜੀ ਖੁਸ਼ੀ ਹੋਈ। ਖੁਸ਼ੀ ਹੋਣ ਤੋਂ ਬਾਅਦ ਜਦੋਂ ਪਿਤਾ ਜੀ ਆਏ ਘਰ ਤੇ ਉਹਨਾਂ ਨੇ ਦੱਸਿਆ ਮੈਂ ਠਾਕਰਾਂ ਨੂੰ ਇਸ ਤਰ੍ਹਾਂ ਕਰਕੇ ਠਾਕਰ ਜੀ ਆਏ। ਪਹਿਲਾਂ ਤਾਂ ਮੰਨ ਨਹੀਂ ਨੇ ਸਨ ਰਹੇ, ਪਰ ਲੇਕਿਨ ਅਖੀਰ ਬੇਨਤੀਆਂ ਕਰਨ ਤੋਂ ਬਾਅਦ ਠਾਕਰ ਜੀ ਨੇ ਦੁੱਧ ਛਕਿਆ। ਪਹਿਲਾਂ ਤਾਂ ਪਿਤਾ ਜੀ ਨੂੰ ਪਤਾ ਨਾ ਲੱਗਾ ਇਹ ਕਹਿਣਾ ਕੀ ਬਾਲਕ ਚਾਹੁੰਦਾ, ਪਰ ਜਦੋਂ ਸਾਰੀ ਗੱਲ ਖੋਲੀ ਤੇ ਪਿਤਾ ਜੀ ਖੁਦ ਹੈਰਾਨ ਹੋ ਗਏ ਵੀ ਅੱਛਾ, ਵੀ ਅਸੀਂ ਤੇ ਸਾਰੀ ਉਮਰ ਕੇਵਲ ਇੱਕ ਉਂਗਲ ਨੂੰ ਲਾ ਕੇ ਦੁੱਧ ਲੋਕਾਂ ਨੂੰ ਇੱਕ ਦਿਖਾਵਾ ਕਰਦੇ ਆ ਰਹੇ ਹਾਂ, ਤਾਂ ਵੀ ਆਖ ਰਿਹਾ ਬਾਲਕ ਵੀ ਸਾਰੇ ਮੇਰੇ ਸਾਹਮਣੇ ਦੁੱਧ ਪੀਤਾ। ਫਿਰ ਬੇਨਤੀ ਕਰਨ ਲੱਗੇ ਤੁਸੀਂ ਬੇਨਤੀ ਕਰ ਠਾਕਰ ਜੀ ਨੂੰ ਮੈਨੂੰ ਵੀ ਦਰਸ਼ਨ ਦੇਣ। ਔਰ ਸਾਖੀ ਆਪ ਜੀ ਸਾਰਿਆਂ ਨੂੰ ਪਤਾ ਹੈ। ਔਰ ਭਗਤ ਨਾਮਦੇਵ ਜੀ ਨੇ ਸਤਿਗੁਰੂ ਉਸ ਪਰਮੇਸ਼ਰ ਅੱਗੇ ਅਰਦਾਸ ਕੀਤੀ, ਬੇਨਤੀ ਕੀਤੀ ਕਿ ਮੇਰੇ ਪਿਤਾ ਜੀ ਨੂੰ ਵੀ ਦਰਸ਼ਨ ਦਿਓ ਜੋ ਆਪ ਜਾਣਦੇ ਹੋ। ਫਿਰ ਪਰਮੇਸ਼ਰ ਆਪ ਪ੍ਰਗਟ ਹੋਏ, ਉਹਨਾਂ ਨੂੰ ਦਰਸ਼ਨ ਦਿੱਤੇ। ਇਸੇ ਤਰ੍ਹਾਂ ਭਗਤ ਧੰਨਾ ਜੀ ਦੀ ਗੱਲ ਆਉਂਦੀ ਹੈ। ਪੰਡਿਤ ਤਲੋਚਨ ਹੈ ਉੱਥੇ, ਜਿਹੜਾ ਮੰਦਰ ਵਿੱਚ ਪੂਜਾ ਪਾਠ ਕਰਦਾ ਔਰ ਠਾਕਰਾਂ ਨੂੰ ਭੋਗ ਲਾਉਂਦਾ, ਸਾਰੇ ਕਰਦਾ, ਲੋਕਾਂ ਨੂੰ ਨਸੀਹਤਾਂ ਦਿੰਦਾ, ਲੋਕਾਂ ਨੂੰ ਵਰ ਦਿੰਦਾ। ਭਗਤ ਨਾਮਦੇਵ ਜੀ ਨੇ ਜਦੋਂ ਭਗਤ ਧੰਨਾ ਜੀ ਨੇ ਜਦੋਂ ਪੰਡਿਤ ਜੀ ਕੋਲ ਜਾ ਕੇ ਪੁੱਛਣ ਲੱਗੇ, ਪੰਡਿਤ ਜੀ ਤੁਸੀਂ ਠਾਕਰ ਦੀ ਪੂਜਾ ਕਰਦੇ ਹੋ, ਪੂਜਾ ਕਰਨ ਦਾ ਫਾਇਦਾ ਕੀ ਆ? ਉਹ ਆਖਣ ਲੱਗੇ ਜਦੋਂ ਜੇ ਠਾਕਰ ਦੀ ਪੂਜਾ ਕਰਦੇ ਆ, ਠਾਕਰ ਸਾਡੇ ਸਾਰੇ ਕਾਰਜ ਸਵਾਰਦਾ, ਸਾਰੇ ਕੰਮ ਕਰ ਦਿੰਦਾ। ਖਹਿੜੇ ਪਿਆ ਗਿਆ, ਆਖਣ ਲੱਗੇ ਮੇਰੇ ਕੰਮ ਵੀ ਕਰੇਗਾ। ਖੇਤੀਬਾੜੀ ਦੇ ਵਿੱਚ ਤੇ ਸਾਡੇ ਕੰਮ ਬਹੁਤ ਸਾਰੇ ਨੇ। ਤੇ ਪੰਡਿਤ ਜੀ ਨੂੰ ਫਿਰ ਪਿੱਛਾ ਛਡਾਉਣਾ ਔਖਾ ਹੋ ਗਿਆ। ਗੱਲ ਤੇ ਕਹਿ ਬੈਠੇ, ਉਹ ਆਖਣ ਲੱਗੇ ਹਾਂ ਸਾਰੇ ਹੀ ਕਰੇਗਾ। ਉਹ ਆਖਣ ਲੱਗੇ ਫਿਰ ਇਉਂ ਕਰੇ ਕਿ ਠਾਕਰ ਮੈਨੂੰ ਵੀ ਦੇ ਦੇ, ਤਾਂ ਕਿ ਮੈਂ ਵੀ ਉਹਦੇ ਕੋਲੋਂ ਕੋਈ ਕੰਮ ਲੈ ਸਕਾਂ। ਮੈਂ ਵੀ ਜਿਵੇਂ ਆਖੇਗਾ ਉਵੇਂ ਭੋਗ ਲਵਾਵਾਂ ਕਰਾਂਗਾ, ਬਾਕੀ ਕਰਾਂਗਾ। ਪੰਡਿਤ ਨੇ ਵੀ ਕੀਤਾ। ਇੱਕ ਪੱਥਰ ਲਪੇਟ ਕੇ, ਭਾਈ ਗੁਰਦਾਸ ਜੀ ਉੱਦਾਂ ਸ਼ਾਇਦ ਇਹ ਗੱਲਾਂ ਆਪਾਂ ਨਾ ਕਰ ਸਕੀਏ, ਭਾਈ ਗੁਰਦਾਸ ਨੇ ਪੱਥਰ ਇੱਕ ਵਲੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ। ਪੱਥਰ ਇੱਕ ਲਪੇਟ ਕੇ ਇੱਕ ਕੱਪੜੇ ਵਿੱਚ ਤੇ ਧੰਨੇ ਤੋਂ ਆਪਣਾ ਪਿੱਛਾ ਛੁਡਾ ਰਿਹਾ ਪੰਡਿਤ। ਔਰ ਉਹ ਵਿਸ਼ਵਾਸ ਇੰਨਾ ਕਿ ਨਹੀਂ, ਜੋ ਕੁਝ ਮੈਨੂੰ ਪੰਡਿਤ ਨੇ ਦਿੱਤਾ ਉਹ ਠਾਕਰ ਰੱਬ ਹੈ। ਔਰ ਬੈਠ ਗਿਆ। ਇੱਕ ਦਿਨ ਲੰਘ, 2 ਦਿਨ ਲੰਘ, 3 ਦਿਨ ਲੰਘ। ਆਖਣ ਲੱਗਾ ਜੇ ਨਹੀਂ ਛਕਣਾ ਤੇ ਹਉ ਵੀ ਮੂੰਹ ਨਾ ਜੁਠਾਲਸਾਂ, ਮੈਂ ਵੀ ਨਹੀਂ ਖਾਣਾ ਜੇ ਤੁਸੀਂ ਨਹੀਂ ਖਾਣਾ। ਉਹਦੀ ਦ੍ਰਿੜਤਾ ਵੇਖ ਕੇ, ਉਹਦਾ ਨਿਸ਼ਚਾ ਵੇਖ ਕੇ, ਉਹਦਾ ਭਰੋਸਾ ਵੇਖ ਕੇ, ਉਹ ਚੂੰਕਿ ਨਿਸ਼ਕਪਟਤਾ ਨਾਲ ਲੱਗਾ ਹੋਇਆ, ਅੰਦਰ ਕਪਟ ਕੋਈ ਨਹੀਂ, ਅੰਦਰ ਕੇਵਲ ਭਾਵਨਾ ਹੈ। ਤੇ ਪਰਮੇਸ਼ਰ ਆਪ ਪ੍ਰਗਟ ਹੋਏ, ਆ ਕੇ ਪ੍ਰਸ਼ਾਦਾ ਛਕਿਆ, ਲੱਸੀ ਪੀਤੀ। ਔਰ ਆਪਾਂ ਜਾਣਦੇ ਹਾਂ ਜੋ ਇਤਿਹਾਸਿਕ ਸਾਖੀਆਂ ਜਿਹੜੀਆਂ ਨੇ ਭਗਤਮਾਲਾ ਗ੍ਰੰਥ ਵਿੱਚ ਲਿਖਿਆ ਕਿ ਭਗਤ ਧੰਨਾ ਜੀ ਦੇ ਨਾਲ ਕੰਮ ਵੀ ਪਰਮੇਸ਼ਵਰ ਜੀ ਕਰਵਾਉਂਦੇ ਰਹੇ। ਗੱਲ ਤੇ ਕੇਵਲ ਇੰਨੀ ਹੈ ਵੀ ਵਿਸ਼ਵਾਸ ਜਿਹੜਾ ਮਨੁੱਖ ਦਾ ਉਹ ਸਭ ਤੋਂ ਜ਼ਿਆਦਾ ਕੰਮ ਕਰਦਾ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਵੀ ਜੇ ਪ੍ਰਤੱਖ ਸਰੂਪ ਜਾਣ ਕੇ ਆਪਾਂ ਪੂਜਦੇ ਹਾਂ, ਆਪਾਂ ਸਤਿਕਾਰ ਕਰਦੇ ਹਾਂ, ਤੇ ਸਾਡੇ ਲਈ ਇਹ ਜਾਣੋ ਰੱਬ ਪਰਮੇਸ਼ਵਰ ਆਪ ਨੇ। ਤੇ ਮਨੁੱਖ ਉਂਝ ਜਿਵੇਂ ਆਖਦੇ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਨਾਲੇ ਆਖਿਆ ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜੇ ਕੇਵਲ ਦੇਖਣ ਦੀ ਭਾਵਨਾ ਉਹ ਨਹੀਂ ਤੇ ਫਿਰ ਉਹ ਫਲ ਨਹੀਂ ਮਿਲਦਾ। ਇਤਿਹਾਸਕ ਜ਼ਿਕਰ ਹੈ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਖੀਆਂ ਲਿਖਵਾ ਰਹੇ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ, ਤੇ ਭਾਈ ਬਾਲਾ ਜੀ ਦੱਸ ਰਹੇ ਨੇ ਤੇ ਨਾਲ ਬੈਠੇ ਗੁਰੂ ਅੰਗਦ ਦੇਵ ਜੀ ਸੁਣ ਰਹੇ ਨੇ। ਸਾਖੀਆਂ ਲਿਖਦਿਆਂ ਲਿਖਾਉਂਦਿਆਂ ਭਾਈ
ਬਾਲਾ ਜੀ ਨੇ ਇੱਕ ਸਵਾਲ ਖੜਾ ਕਰ ਦਿੱਤਾ ਹੈ, ਆਖਣ ਲੱਗੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਬਖਸ਼ਿਸ਼ ਤੁਸੀਂ ਤੇ ਮੈਂ ਦੋਵੇਂ ਆਖਣ ਲੱਗੇ ਅਸੀਂ ਬਾਲ ਸਿਖਾਈ ਮਿੱਤਰ ਹਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਪਰ ਜੋ ਕਿਰਪਾ ਤੁਹਾਡੇ ਤੇ ਕੀਤੀ ਹੈ ਉਹ ਕਿਰਪਾ ਮੇਰੇ ਤੇ ਨਹੀਂ ਕੀਤੀ। ਇਹਦਾ ਕਾਰਨ ਕੀ? ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾਏ, ਆਖਣ ਲੱਗੇ ਭਾਈ ਬਾਲਾ ਜੀ, ਤੁਸੀਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੀ ਸਮਝਦੇ ਸੋ? ਤੇ ਭਾਈ ਬਾਲਾ ਜੀ ਆਖਣ ਲੱਗੇ, ਮੈਂ ਉਹਨਾਂ ਨੂੰ ਬਹੁਤ ਵੱਡੇ ਸੰਤ ਸਮਝਦਾ ਸੀ, ਬਹੁਤ ਵੱਡੇ ਮਹਾਂਪੁਰਖ ਸਮਝਦਾ ਸੀ। ਤੇ ਗੁਰੂ ਨਾਨਕ ਦੇਵ ਸਾਹਿਬ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਬਾਲਾ ਜੀ, ਫਰਕ ਤੁਹਾਡਾ ਤੇ ਮੇਰਾ ਕੇਵਲ ਸਮਝਣ ਵਿੱਚ ਇੱਥੋਂ ਹੀ ਪਿਆ। ਤੁਸੀਂ ਬਹੁਤ ਵੱਡੇ ਉਹਨਾਂ ਨੂੰ ਸੰਤ ਸਮਝਦੇ ਸੀ, ਬਹੁਤ ਵੱਡੇ ਮਹਾਂਪੁਰਸ਼ ਸਮਝਦੇ ਸੀ, ਉਹਨਾਂ ਨੇ ਤੁਹਾਨੂੰ ਬਹੁਤ ਵੱਡੇ ਇੱਕ ਸੰਤ ਬਣਾ ਦਿੱਤਾ। ਤੇ ਮੈਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਵਰ ਦਾ ਰੂਪ ਜਾਣਦਾ ਸੀ, ਮੈਂ ਉਹਨਾਂ ਨੂੰ ਪਰਮੇਸ਼ਵਰ ਦਾ ਰੂਪ ਜਾਣ ਕੇ ਉਹਨਾਂ ਦੀ ਸੇਵਾ ਕੀਤੀ ਹੈ, ਉਹਨਾਂ ਨੇ ਮੈਨੂੰ ਆਪਣਾ ਰੂਪ ਬਣਾ ਲਿਆ। ਬਸ ਫਰਕ ਕੇਵਲ ਇੰਨਾ ਸੀ ਸਾਡੀ ਦੋਵਾਂ ਦੀ ਸਮਝ ਦਾ। ਸੰਗਤ ਕਰਨ ਵਿੱਚ ਕੋਈ ਇਹ ਨਹੀਂ ਵੀ ਤੁਸੀਂ ਘੱਟ ਕੀਤੀ ਜਾਂ ਮੈਂ ਘੱਟ ਕੀਤੀ, ਲੇਕਿਨ ਸੰਗਤ ਕਰਨ ਲੱਗਿਆਂ ਉਹਨਾਂ ਨੂੰ ਕਿਸ ਭਾਵਨਾ ਨਾਲ ਪੂਜਿਆ। ਚੁੱਕੇ ਸਤਿਗੁਰੂ ਧਰਤੀ ਧਰਮ ਦੀ, ਸਤਿਗੁਰ ਵਿੱਚ ਜਿੱਦਾਂ ਦੀ ਕੋਈ ਫਸਲ ਬੀਜਦਾ, ਜਿੱਦਾਂ ਦਾ ਕਰਕੇ ਵੇਖਦਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਭਾਲੀਏ ਤੇਹੋ ਵੇਖਾਲਾ। ਜਿਸ ਭਾਵਨਾ ਨਾਲ, ਜਿੱਦਾਂ ਦੀ ਮਨੋਕਾਮਨਾ ਨਾਲ, ਜਿੱਦਾਂ ਦੀ ਸੁਰਤੀ ਵਿਰਤੀ ਲੈ ਕੇ ਅਸੀਂ ਗੁਰੂ ਸਾਹਿਬ ਅੱਗੇ ਜਾਂਦੇ ਹਾਂ, ਸਾਨੂੰ ਫਲ ਵੀ ਜਿਹੜਾ ਉਸੇ ਢੰਗ ਦਾ ਮਿਲਦਾ। ਇਹ ਨਹੀਂ ਸਾਰੇ ਜਾਂਦੇ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਾਂਦੇ ਨੇ, ਸਾਰੇ ਇੱਕੋ ਜਿਹਾ ਲੈ ਕੇ ਨਹੀਂ ਆਉਂਦੇ। ਭਾਂਡਾ ਆਪੋ ਆਪਣਾ, ਕਿਸੇ ਨੇ ਕੌਲੀ ਫੜੀ ਹੋਈ ਆ ਉਹਨਾਂ ਪਾਣੀ ਲੈ ਆਉਂਦਾ, ਕਿਸੇ ਕੋਲ ਗੁੜਬਾ ਉਹਨਾਂ ਲੈ ਆਉਂਦਾ, ਕਿਸੇ ਕੋਲ ਬਾਲਟੀ ਆ ਉਹਨਾਂ ਲੈ ਆਉਂਦਾ। ਜਿਹੋ ਜਿਹੀ ਆਪਣੀ ਆਤਮਾ, ਜਿਹੋ ਜਿਹੇ ਅਸੀਂ ਜਿੱਦਾਂ ਦੇ ਅਸੀਂ ਅਧਿਕਾਰੀ ਹਾਂ, ਫਲ ਅਸੀਂ ਉਹੋ ਜਿਹਾ ਲੈ ਕੇ ਆਉਂਦੇ ਹਾਂ। ਕਈ ਜਿਵੇਂ ਪਹਿਲਾਂ ਵੀ ਆਪਾਂ ਐਪੀਸੋਡ ਵਿੱਚ ਇਹ ਗੱਲ ਆਖੀ ਸੀ, ਕਈ ਵਾਰ ਮਨੁੱਖ ਉੱਥੇ ਜਾ ਕੇ, ਜੇ ਸੰਗਤ ਵਿੱਚ ਜਾ ਕੇ ਗੱਲਾਂ ਕਰਨ ਲੱਗ ਪਏ, ਸੰਗਤ ਵਿੱਚ ਜਾ ਕੇ ਕਿਸੇ ਦੀ ਨਿੰਦਿਆ ਚੁਗਲੀ ਕਰਨ ਲੱਗ ਪਏ, ਸੰਗਤ ਵਿੱਚ ਜਾ ਕੇ ਘਰੇਲੂ ਗੱਲਾਂ ਕਰ ਲਏ, ਤੇ ਹੋਏਗਾ ਕੀ? ਲੋਕ ਗਇਓ ਪਰ ਲੋਕ ਗਵਾਇਓ। ਕਿਉਂਕਿ ਇਸ ਲੋਕ ਦਾ ਕੰਮ ਛੱਡ ਕੇ ਘਰੋਂ ਗੁਰਦੁਆਰੇ ਆ ਗਿਆ, ਉਹ ਕੰਮ ਹੋਇਆ ਨਹੀਂ। ਤੇ ਪਰਲੋਕ ਲਈ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਕੋਈ ਨਾ, ਤੇ ਦੋਵਾਂ ਪਾਸਿਆਂ ਤੋਂ ਮਨੁੱਖ ਖਾਲੀ ਰਹਿ ਜਾਂਦਾ। ਜਦੋਂ ਜਾਣਾ ਮਨੁੱਖ ਨੇ ਇਸ ਭਾਵਨਾ ਨਾਲ ਜਾਣਾ ਕਿ ਮੈਂ ਇੱਥੇ ਕੁਝ ਸਵਾਰਨਾ ਹੈ, ਨਾ ਇਹ ਕਈ ਮਨੁੱਖ ਨਾ ਆਪ ਜੁੜਨਾ ਹੈ ਤੇ ਨਾ ਫਿਰ ਜਿਹੜਾ ਲਾਗੇ ਕੋ ਬੈਠਾ ਉਹਨੂੰ ਜੁੜਨ ਦੇਣਾ। ਉਹ ਸਭ ਤੋਂ ਵੱਡੀ ਕੁਤਾਹੀ ਜੇ ਗੁਰੂ ਘਰ ਜਾ ਕੇ ਕੋਈ ਮਨੁੱਖ ਕਰਦਾ ਹੈ ਤਾਂ ਇਹ ਹੈ, ਜਦੋਂ ਗੱਲਾਂ ਕਰਦਾ ਨਾ ਆਪ ਜੁੜਦਾ, ਨਾ ਦੂਜੇ ਨੂੰ ਜੇ ਕੋਈ ਜੁੜਨਾ ਚਾਹੁੰਦਾ ਵੀ ਹੈ ਤੇ ਉਹਨੂੰ ਜਦੋਂ ਉਹਦੀ ਬਿਰਤੀ ਨੂੰ ਨਖੇੜਦਾ, ਜਦੋਂ ਉਹਦੀ ਬਿਰਤੀ ਨੂੰ ਉਖੜਦੀ ਹੈ ਤਾਂ ਉਹਦੇ ਮਨ ਵਿੱਚੋਂ ਜਿਹੜੀ ਹਾਂ ਨਿਕਲਦੀ ਹੈ, ਇਹ ਮਨੁੱਖ ਸੋਚਦਾ ਨਹੀਂ ਉਹ ਕਿੰਨਾ ਜ਼ਿਆਦਾ ਮਨੁੱਖ ਨੂੰ ਕਿੰਨੀ ਡੂੰਘਾਈ ਤੱਕ ਥੱਲੇ ਮਾਰ ਕਰਦੀ ਹੈ। ਚਾਹੀਦਾ ਇਹ ਹੈ ਸੰਗਤ ਜਦੋਂ ਜੁੜੀ ਹੋਈ ਹੋਵੇ, ਕੋਈ ਵੀ ਤੁਹਾਡਾ ਐਕਸ਼ਨ, ਤੁਹਾਡਾ ਜਾਣ ਦਾ ਢੰਗ ਤਰੀਕਾ ਵੀ, ਕਈ ਸਤਿਗੁਰੂ ਵੱਲ ਜਾਣ ਕੇ ਵੀ ਮੱਥਾ ਟੇਕਣ ਨਮਸਕਾਰ ਵੀ ਆਪਾਂ ਕਰਨ ਜਾਂਦੇ ਹਾਂ, ਕਈ ਵੀ ਜਾਂਦੇ ਨੇ ਜੇ ਸਤਿਗੁਰੂ ਤੇ ਚੜ੍ਹਾਈ ਕਰਨ ਜਾਣਾ। ਜੇ ਸੰਗਤ ਜ਼ਿਆਦਾ ਬੈਠੀ ਹੈ, ਸੰਗਤ ਭਰੀ ਹੋਈ ਹੈ, ਤੇ ਜਿੱਥੇ ਟਾਈਮ ਮਿਲਦਾ, ਜਿੱਦਾਂ ਟਾਈਮ ਮਿਲਦਾ, ਨਮਸਕਾਰ ਕਰਕੇ ਬੈਠ ਜਾਓ। ਇਹ ਵੀ ਜ਼ਰੂਰੀ ਨਹੀਂ ਵੀ ਆਪਾਂ ਬਹੁਤ ਲੰਬੀ ਅਰਦਾਸ ਕਰਾਂਗੇ ਤਾਂ ਹੀ ਗੁਰਸਿੱਖ ਬਣਾਂਗੇ। ਅਰਦਾਸ ਕਰਨੀ ਬਹੁਤ ਚੰਗੀ ਹੈ, ਪਰ ਸਮਾਂ ਵਿਚਾਰ ਕੇ। ਜੇ ਪਿੱਛੇ ਸੰਗਤ ਖੜੋਤੀ ਹੈ ਨਮਸਕਾਰ ਕਰਨ ਲਈ, ਉਹਨੀ ਕਰਕੇ ਫਿਰ ਸੰਗਤ ਵਿੱਚ ਬੈਠ ਕੇ ਜਾ ਕੇ ਉੱਥੇ ਆਪਣੀ ਜੋ ਮਨ ਦੀ ਵੇਦਨਾ ਸਤਿਗੁਰੂ ਨਾਲ ਸਾਂਝੀ ਕਰ ਲੈਣੀ ਚਾਹੀਦੀ ਹੈ। ਨਾ ਕਿ ਸੰਗਤ ਲਈ ਖੜੋਤ ਬਣਨਾ, ਨਾ ਇਹੋ ਜਿਹੇ ਕੱਪੜੇ ਪਾ ਕੇ ਭੜਕੀਲੇ ਜਾਣਾ ਜਿਹੜੇ ਤੁਸੀਂ ਉਚੇਚੇ ਲੋਕਾਂ ਨਾਲੋਂ ਵੱਖਰੇ ਲੱਗੋ। ਪਰ ਆਮ ਇਹ ਬਣਦਾ, ਆਮ ਇਹ ਚੱਲ ਰਿਹਾ। ਫਿਰ ਇਹਨਾਂ ਗੱਲਾਂ ਤੋਂ ਆਪਾਂ ਨੂੰ ਗੁਰੇ, ਕੋਈ ਵੀ ਸਾਡਾ ਉਹ ਐਕਸ਼ਨ ਜਿਹਦੇ ਨਾਲ ਜੁੜੀ ਹੋਈ ਸੰਗਤ ਦਾ ਧਿਆਨ ਟੁੱਟ ਕੇ ਤੁਹਾਡੀ ਵੱਲ ਨੂੰ ਖਿੱਚ ਹੁੰਦਾ ਹੋਵੇ, ਉਹ ਹਰ ਕੰਮ ਸਾਡਾ ਮਾੜਾ ਹੈ। ਉਹ ਸਾਡਾ ਜਿੱਥੇ ਸਾਨੂੰ ਗੁਰੂ ਨਾਲੋਂ ਤੋੜਦਾ, ਉੱਥੇ ਸੰਗਤ ਨੂੰ ਵੀ ਗੁਰੂ ਨਾਲੋਂ ਤੋੜਨ ਦਾ ਸਬੱਬ ਬਣਦਾ। ਗੁਰਸਿੱਖ ਲਈ ਜ਼ਿੰਦਗੀ ਜਿਉਣ ਦਾ ਢੰਗ ਕੀ ਹੈ? ਧਰਮ ਦੀ ਦੁਨੀਆ ਵਿੱਚ ਵਿਸ਼ਵਾਸ ਪਹਿਲਾਂ। ਸਾਇੰਸ ਹੈ, ਸਾਇੰਸ ਪਹਿਲਾਂ ਕੋਈ ਚੀਜ਼ ਪ੍ਰੈਕਟੀਕਲ ਕਰਦੀ ਹੈ, ਫਿਰ ਉਹਨੂੰ ਮੰਨਦੀ ਹੈ।
पर धर्म की दुनिया में ये तो उल्ट है, पहला मनना है, फिर उस तो बाद तजर्बा करना है। बस उत्थे सिर्फ इन्ना गुर कहया साकार कमावो, जो गुरु आख रहा है वो बस सत सत करके मनना है, कोई नुकता चीनी नहीं। ये गुरसिੱਖੀ है। असी अज साडी बिरती बिल्कुल वक्री, असी जिहड़ा काम आप नहीं कर सकते, जिहड़ा कोई होर नहीं हुंदा, गुरु आख रहा है उन्हीं आऊँ गल है, असी आने नहीं ये नहीं हो सकता, क्योंकि असी नहीं कर सकते। गुरसिੱਖੀ ਦਾ कर्म है कि जीवन जिंदगी जीउण ਦਾ गुरसिੱਖ ਦਾ ढंग की है। गुरसिੱਖੀ ਦਾ कर्म है गुर फरमाए ते गुरसिੱਖ करना। गुरु आख रहा, गुरसिੱਖ ने करना। हुज्जत कोई नहीं, हील कोई नहीं, कोई इदां नहीं भी क्यों करना नहीं। जिथे क्यों आ गई उत्थे सिख सिख नहीं, उत्थे गुरु नहीं मन रहा, वो गुरु नूं मन नहीं रहा, उत्ते कोशिश कर रहा गुरु नूं मनाउणा, जां जो मैनूं चंगा लग रहा उस ढंग नाल मैं गल। अज ते सिख पुछदा साडे आम चलदा रहत असीं क्यों रखणी आ, केस असीं क्यों रखणे ने, इन्हां दा लाभ की है, किरपान क्यों पाउणी है। देखो जिस गुरु ने सानू रहत दिती है कि उन्होंने नहीं पता, कि सतगुरु नूं पता नहीं सी भी इहदा कोई फायदा है कि नहीं है, क्यों पाउणी है, काहते रखनी है, रहत रखण दा कारण की है। ये असीं उस गल वल नूं जाण दी थां ते सिर्फ ये मान लीए सतगुरु दा हुक्म है बस, ते हुक्म मनना ही गुरसिੱਖੀ है। देखो रहत जिहड़ी है, रहत नूं असीं नहीं रखना, रहत ने वास्ते विच सानू रखना है विकारां तो। रहत रखण नाल मनुख विकारां दी मार तो बच जांदा है। किते कर्म करदिआं कोई डोल भी जावेगा, किते हो भी जावेगा, तो फिर भाई जोगा सिंह वांगू कोई खड़ा पहरेदार आख देगा लगदा सिख है, लगदा गुरु गोबिंद सिंह साहब दा अपने पैरोकार, पर किस पासे तुरे हैं। साडी किते कुकर्म कर भी ले बंदा तो कोई ये गल मेहना मार के, कोई अपनी शक्लो सूरत वेख के मनुख उस पासे तो मुड़ सकदा है। रहत ने सानू रखना है विकारां दी मार तो, असी रहत नहीं रखनी, आपां सगों इहदा उल्ट करदे हां। नहीं, सतगुरु गुरु ग्रंथ साहब सच्चे पातशाह जो दसो गुरु साहिबां ने सानू उपदेश दिता है, बस असी उहनूं मनना है। हुण धन गुरु अंगद देव साहब जी साखी है, उन्होंने जीवन में जो कमा के सानू दसिया है, जो कीता है। हुण धन गुरु नानक देव साहब आख रहे ने, भाई लैणा जी संगत आई है, ये किक्कर ते चढ़ जाओ, किक्कर ते चढ़ो मठियाइयां डिगणगियां। ते सारियां ने आनाकानी की, पुत्र भी आकी हो गए, आखण लगे हैं किक्कर दे उत्ते जे कीता हुण उन्होंने दिता, उत्ते तुक्के डिगणगे, पत्ते डिगणगे, फलियां डिगणगियां, ते उत्थे मठियाइयां दा की काम। ते जदों धन गुरु अंगद देव साहब सच्चे पातशाह जी आप चढ़न लगे ना, ते उदों भी पुछया गया, भाई साहब किक्कर ते चढ़न लगे हो, इत्थों मठियाइयां डिगणगियां। वो आखण लगे मठियाइयां डिगणगियां कि तुक्के डिगणगे, ये मेरा काम नहीं, ये काम है गुरु दा। मेरा काम है हुक्म बजाउणा। मेरा सतगुरु मैनू ये आख रहा तू किक्कर ते चढ़ के हलूणा दे दे, ते मैं हलूणा दे देना, बस मेरा काम सिर्फ इन्ना है। गुर कहया साकार कमावो, बस जो गुरु ने आख्या मैं ते वो मनना है। देखो है भी इत्थे इदां, इत्थे ते हुक्म मन्निया होवे परवान, कंडीशन है नाल लाई, आखण लगे तां खसमै का महल पाए सी। कोई हुक्म मन्नेगा तां परवान होवेगा, तां उस मालक दे महल दे अंदर, तां उस मालक दे चरनां विच उहनूं बैठण दा सुभाग प्राप्त होएगा, वरना नहीं। जिहड़ा तर्क वाला है, जिहड़ा हील हुज्जत वाला है, जिहड़े मन दे विच बहुते सारे सवाल ने, वो धर्म की दुनिया विच परवान नहीं। धर्म सिर नहुड़ा के बस जो गुरु का दसिया मार्ग है उहदे ते जाना, इसे चीज़ नूं ही धर्म आख्या। साडा धर्म केवल इन्ना है। हाँ तुसी नहीं मनना, वो एक वखरा विषय है। तुहानूं तुसी सुतंत्र हो किसी धर्म की वलगण विच आउणा है कि नहीं आउणा है। जे आउणा है तो उहदी पहली पौड़ी ये है कि जो गुरु आख रहा उहनूं सत करके सिर नौड़ा के मनना है। हुण देखो सतगुरु गुरु नानक साहब सच्चे पातशाह जी दे जिहड़े पैरोकार सन, वो चीन, तिब्बत, नेपाल,
ਭੂਟਾਨ, ਬਗਦਾਦ, ਮੱਕੇ, ਸੁਮੇਰ, ਸਾਰਿਆਂ ਦੇ ਵਿੱਚ ਵੱਖ-ਵੱਖ ਮੁਲਕਾਂ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੰਨਣ ਵਾਲੇ ਸਨ, ਉਹਨਾਂ ਦੇ ਪੈਰੋਕਾਰ ਸਨ ਔਰ ਲੱਖਾਂ ਦੀ ਗਿਣਤੀ ਵਿੱਚ ਸਨ। ਪਰ ਜਦੋਂ ਪ੍ਰਵਾਨ ਚੜ੍ਹਨ ਦੀ ਗੱਲ ਆਈ, ਕਿੰਨੇ ਕੁ ਉਹਨਾਂ ਵਿੱਚੋਂ ਪ੍ਰਵਾਨ ਚੜ੍ਹੇ। ਬੜੇ ਬੜੇ ਬ੍ਰਹਮ ਗਿਆਨੀ ਵੀ ਸਨ, ਬੜੇ ਬੜੇ ਕਮਾਈ ਵਾਲੇ ਗੁਰਸਿੱਖ ਵੀ ਸਨ। ਪ੍ਰਵਾਨ ਚੜ੍ਹੀ ਇੱਕ ਆਤਮਾ, ਧੰਨ ਗੁਰੂ ਅੰਗਦ ਦੇਵ ਜੀ, ਭਾਈ ਲਹਿਣਾ ਜੀ। ਕਿਉਂਕਿ ਉਹਨਾਂ ਨੇ ਹੀਲ ਹੁਜਤ ਨਹੀਂ ਕੀਤੀ। ਉਹਨਾਂ ਨੇ ਜੇ ਆਖਿਆ ਪੁਰਖਾ ਗੜਵਾ ਚਿੱਕੜੇ ਵਿੱਚ ਡਿੱਗ ਪਿਆ ਨੂੰ ਕੱਢ ਦੇ, ਪਿੱਛੇ ਮੁੜ ਕੇ ਕਿਉਂ ਕੱਢਾਂ, ਗੜਵੇ ਦੀ ਕੀਮਤ ਜ਼ਿਆਦਾ ਹੈ ਜਾਂ ਕੱਪੜਿਆਂ ਦੀ ਜ਼ਿਆਦਾ ਹੈ, ਇਹ ਨਹੀਂ ਪੁੱਛਿਆ। ਜੋ ਆਖੀ ਗਏ ਉਹ ਕਰਦੇ ਗਏ। ਮੁਰਦਾ ਖਾਣਾ, ਕਿਉਂ ਖਾਣਾ, ਕਾਹਤੇ ਖਾਣਾ, ਕੋਈ ਹੀਲ ਹੁਜਤ ਨਹੀਂ। ਜੋ ਗੁਰੂ ਜੀ ਆਖ ਰਹੇ ਨੇ ਉਹ ਕਰੀ ਜਾ ਰਹੇ ਨੇ। ਹੁਕਮ ਮੰਨਣ ਦੀ ਮਿਸਾਲ ਪੈਦਾ ਕਰ ਦਿੱਤੀ। ਔਰ ਹੋਇਆ ਕੀ, ਲਹਿਣੇ ਸੇ ਅੰਗਦ ਕੀਆ, ਅੰਗਦ ਸੇ ਅੱਲਾ ਕਰ ਦਿਆ। ਔਰ ਆਪਣਾ ਰੂਪ ਬਣਾ ਕੇ ਗੁਰਤਾ ਗੱਦੀ ਹੀ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਦੇ ਦਿੱਤੀ। ਕਿਉਂਕਿ ਗੱਲ ਸੀ ਸਿਵਲ ਹੁਕਮ ਮੰਨਣ ਦੀ। ਹੁਣ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਸਨ ਤੇ ਉਹਨਾਂ ਦੀ ਗਿਣਤੀ, ਉਹਨਾਂ ਦੇ ਪੈਰੋਕਾਰ ਉਸ ਵੇਲੇ ਤੱਕ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਗਏ ਨੇ। ਜਦੋਂ ਇਕੱਠ ਵੀ ਸੱਦਿਆ ਵਿਸਾਖੀ ਦਾ, ਤੇ ਇਤਿਹਾਸਕਾਰ ਵੀ 80,000 ਦਾ ਇਕੱਠ ਤੇ ਗਿਣਦੇ ਨੇ ਨਾ। 80,000 ਦਾ ਇਕੱਠ ਹੈ। ਵੱਖ-ਵੱਖ ਥਾਵਾਂ ਤੋਂ, ਵੱਖ-ਵੱਖ ਦੇਸ਼ਾਂ ਤੋਂ, ਵੱਖ-ਵੱਖ ਪ੍ਰਾਂਤਾਂ ਤੋਂ, ਸੂਬਿਆਂ ਤੋਂ ਉੱਥੇ ਮਨੁੱਖ ਪਹੁੰਚੇ ਹੋਏ ਨੇ। ਪਰ ਪ੍ਰਵਾਨ ਕਿੰਨੇ ਚੜ੍ਹੇ? ਪ੍ਰਵਾਨ ਚੜ੍ਹੇ ਕੇਵਲ 5। ਚੜ੍ਹੇ ਉਹ ਜਿਨ੍ਹਾਂ ਨੇ ਹੁਕਮ ਮੰਨ ਲਿਆ। ਹੁਕਮ ਕੀ ਸੀ? ਸਿਰ ਚਾਹੀਦਾ, ਸਤਿਗੁਰੂ ਹਾਜ਼ਰ ਹੈ। ਜਿਨ੍ਹਾਂ ਨੇ ਆਵਾਜ਼ ਮਾਰਨ ਤੇ ਇੱਥੋਂ ਤੱਕ ਆਪਣੀ ਜਾਨ, ਆਪਣਾ ਸੀਸ ਸਤਿਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਸਤਿਗੁਰੂ ਆਖਦੇ ਨੇ ਮੈਨੂੰ ਸੀਸ ਚਾਹੀਦਾ, ਉਹ ਆਖਦੇ ਨੇ ਸਤਿਗੁਰੂ ਹਾਜ਼ਰ ਹੈ, ਤੁਹਾਡਾ ਹੀ ਹੈ। ਬਸ ਉਹ 5 ਜਿਨ੍ਹਾਂ ਨੇ ਸੀਸ ਦੇ ਦਿੱਤੇ, ਉਹ ਫਿਰ ਪ੍ਰਵਾਨ ਚੜ੍ਹ ਗਏ। ਉਹ ਫਿਰ ਸਤਿਗੁਰੂ ਆਖਣ ਲੱਗੇ ਮੇਰੇ 5 ਪਿਆਰੇ। ਫਿਰ ਉਹ 5 ਪ੍ਰਵਾਨ ਹੋ ਗਏ। 5 ਦਾ ਨਾਂ ਲੈ ਕੇ ਆਪਾਂ ਅਰਦਾਸ ਕਰਦੇ ਹਾਂ। ਉਹਨਾਂ ਦਾ ਨਾਂ ਲੈ ਕੇ ਉਹਨਾਂ ਦੇ ਹਿੱਸੇ ਦੀ ਦੇਗ ਅਸੀਂ ਹੁਣ ਵੀ ਕੱਢਦੇ ਹਾਂ। ਪਰ ਚੜ੍ਹੇ ਉਹ ਨੇ ਜਿਹਨਾਂ ਹੁਕਮ ਮੰਨਿਆ। ਹੁਣ ਅੱਜ ਵੀ ਆਪਾਂ ਵੇਖ ਲਈਏ, ਹੁਕਮ ਕਰਨਾ ਹਰ ਮਨੁੱਖ ਚਾਹੁੰਦਾ। ਇਹ ਬਿਰਤੀ ਹਰ ਮਨੁੱਖ ਦੇ ਅੰਦਰ ਹੈ। ਉਹ ਛੋਟਾ ਚਾਹੇ ਵੱਡਾ, ਮੰਨਣਾ ਨਹੀਂ ਕੋਈ ਚਾਹੁੰਦਾ, ਪਰ ਹੁਕਮ ਕਰਨਾ ਲਾਉਣ ਦਾ। ਪਿਓ ਹੈ, ਆਪਣੇ ਪੁੱਤਰਾਂ ਤੇ ਹੁਕਮ ਕਰੇਗਾ। ਰਾਜਨੀਤਿਕ ਹੈ, ਉਹ ਪ੍ਰਜਾ ਦੇ ਉੱਤੇ ਹੁਕਮ ਕਰਨਾ ਲੋੜਦਾ ਔਰ ਕਰਦਾ। ਕਮੇਟੀ ਹੈ, ਪ੍ਰਬੰਧਕ ਕਮੇਟੀਆਂ ਨੇ ਗੁਰੂ ਘਰਾਂ ਦੀਆਂ ਜਾਂ ਹੋਰ ਨੇ, ਉਹ ਸੇਵਾਦਾਰਾਂ ਦੇ ਉੱਤੇ ਜਾਂ ਗ੍ਰੰਥੀ ਸਿੰਘਾਂ ਤੇ ਹੁਕਮ ਕਰਦੀਆਂ ਨੇ, ਉਹਨਾਂ ਦੀਆਂ ਦੌੜਾਂ ਪੂਰੀਆਂ ਲਵਾਉਂਦੀਆਂ ਨੇ। ਕੋਈ ਸੰਤ ਹੈ, ਉਹ ਆਪਣੇ ਸੇਵਕਾਂ ਨੂੰ ਹੁਕਮ ਕਰਦਾ, ਪਰ ਮੰਨਦਾ ਕੋਈ ਭਾਗਾਂ ਵਾਲਾ। ਹੁਕਮ ਕਰਨਾ ਸਭ ਤੋਂ ਸੌਖਾ ਹੈ, ਪਰ ਮੰਨਣਾ ਸਭ ਤੋਂ ਔਖਾ ਹੈ। ਇਸ ਕਰਕੇ ਮੰਨਣ ਵਿੱਚ ਸਾਨੂੰ ਦਿੱਕਤ ਆਉਂਦੀ ਹੈ, ਹੁਕਮ ਕਰਨ ਵਿੱਚ ਨਹੀਂ। ਸੰਗਤ ਵਿੱਚ ਆਉਣ ਦਾ ਮਨੋਰਥ ਵੀ ਇਹੀ ਹੈ ਵੀ ਆਪਾਂ ਇਹ ਗੱਲਾਂ ਇੱਥੋਂ ਸੰਗਤ ਵਿੱਚੋਂ ਸਾਨੂੰ ਮਿਲਦੀਆਂ ਨੇ। ਹੁਕਮ ਮੰਨੇਗਾ ਕੋਈ ਵਿਰਲਾ, ਮੰਨੇਗਾ ਉਹ ਜਿਹਨੂੰ ਭਰੋਸਾ ਹੈ, ਜਿਹਨੂੰ ਵਿਸ਼ਵਾਸ ਹੈ, ਜਿਹਨੂੰ ਯਕੀਨ ਹੈ ਕਿ ਮੇਰਾ ਗੁਰੂ ਸਮਰੱਥ ਹੈ। ਤੇ ਸੰਗਤ ਵਿੱਚ ਆਉਣ ਦਾ ਮਨੋਰਥ ਵੀ ਸਾਡਾ ਜਿਹੜਾ ਉਹੀ ਹੈ ਕਿ ਆਪਾਂ ਉੱਥੇ ਆ ਕੇ ਇੱਕ ਸਿੱਖਿਆ ਧਾਰਨ ਕਰਨੀ ਹੈ, ਕੁਛ ਸਿੱਖਣਾ ਹੈ, ਕਿ ਸੰਗਤ ਜੀਵਨ ਜਾਚ ਸਿੱਖਣੀ ਹੈ। ਅਸੀਂ ਗੁਰਦੁਆਰਾ ਸਾਹਿਬ ਜਦੋਂ ਜਾਂਦੇ ਹਾਂ, ਜਾਣ ਪਿੱਛੇ ਵੀ ਸਾਡੇ ਕਈ ਵਾਰ ਗੱਲਾਂ ਆਪਾਂ ਭਾਵੇਂ ਮੁੜ ਮੁੜ ਹੋਈ ਕਰਦੇ ਹਾਂ, ਕਈ ਕਾਰਨ ਬਣ ਜਾਂਦੇ। ਕਈ ਵਾਰ ਸਾਡੀ ਮਜਬੂਰੀ ਹੁੰਦੀ ਹੈ, ਕਿਸੇ ਨੇ ਸੱਦਾ ਪੱਤਰ ਦਿੱਤਾ ਤੇ ਘਰ ਵਾਲਾ ਗੁੱਸੇ ਨਾ ਹੋ ਜਾਏ, ਇਸ ਕਰਕੇ ਅਸੀਂ ਜਾਣਾ। ਜਾਵੇ ਮਨੁੱਖ ਕਿਸੇ ਵੀ ਰੂਪ ਵਿੱਚ, ਕਿਸੇ ਕਾਰਨ ਕਰਕੇ ਵੀ ਜਾਵੇ, ਉਹ ਭਲਾ ਹੈ, ਮਾੜਾ ਨਹੀਂ। ਉਹ ਹਰ ਹਾਲਤ ਵਿੱਚ ਸੰਗਤ ਵਿੱਚੋਂ ਕੋਈ ਨਾ ਆਵੇਗਾ, ਚੁੱਕੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਇਹ ਸਤਿਗੁਰੂ ਦਾ ਬਿਰਧ ਹੈ। ਕਿੰਨਾ ਵੀ ਹੈ, ਕੋਈ ਥੋੜਾ ਕਰਦਾ, ਬਹੁਤਾ ਕਰਦਾ, ਕਿਸੇ ਰੂਪ ਵਿੱਚ ਜਾਂਦਾ, ਉਹ ਅਜਾਈ ਨਹੀਂ ਜਾਂਦਾ। ਇਹ ਨਹੀਂ ਕਿ ਉਹ ਨਿਸਫਲ ਜਾਂਦਾ। ਉਹਦਾ ਘਾਲਿਆ ਉਹ ਥਾਂ ਜ਼ਰੂਰ ਪਏਗਾ, ਪਰ ਅਸੀਂ ਜਾਣ ਦਾ ਫਰਕ ਹੈ। ਅਸੀਂ ਗਏ ਹਾਂ ਸ਼ਰਧਾ ਵਸ ਨਹੀਂ, ਭਾਵਨਾ ਵਸ ਨਹੀਂ। ਰਿਸ਼ਤੇਦਾਰਾਂ ਨੇ ਸੱਦਿਆ ਤੇ ਉਹਦੇ ਕਰਕੇ ਆਪਾਂ ਰਿਸ਼ਤੇਦਾਰ ਨੂੰ ਮਿਲਣ ਲਈ, ਰਿਸ਼ਤੇਦਾਰ ਦੇ ਸੱਦਰ ਤੇ ਗੁੱਸੇ ਨਾ ਹੋ ਜੇ, ਉਹਨੂੰ ਖੁਸ਼ ਕਰਨ ਲਈ ਆਪਾਂ ਗੁਰੂ ਘਰ ਜਾਂਦੇ।
ਦੂਸਰਾ ਦਿਖਾਵੇ ਲਈ ਆਲੇ ਵਾਲੇ ਚਾਰ ਸਫੇਰੇ ਵਾਲੇ ਵੇਖ ਲੈਣ ਵੀ ਮੈਂ ਵੀ ਹਰ ਰੋਜ਼ ਐਤਵਾਰ ਨੂੰ ਜਾਂ ਵੀਕਐਂਡ ਤੇ ਗੁਰਦੁਆਰਾ ਸਾਹਿਬ ਆਉਣਾ, ਕਿਤੇ ਇਹ ਨਾ ਸੋਚਿਓ ਵੀ ਮੈਂ ਧਰਮੀ ਨਹੀਂ, ਮੈਂ ਗੁਰਦੁਆਰਾ ਸਾਹਿਬ ਨਹੀਂ ਆਉਂਦਾ। ਫਿਰ ਦੂਸਰਾ ਇੱਕ ਜਾਣਾ ਸਾਡਾ ਹੈਗਾ ਇੱਕ ਮੰਗਾਂ ਦੀ ਲਿਸਟ ਲੈ ਕੇ ਸਤਿਗੁਰੂ ਦੇ ਅੱਗੇ ਜਾਣਾ, ਫਿਰ ਪੂਰੀ ਫਰਿਸ਼ਤ ਉੱਥੇ ਜਾ ਕੇ ਖੋਲ੍ਹਣੀ। ਸਤਿਗੁਰੂ ਮੈਨੂੰ ਆਹ ਵੀ ਚਾਹੀਦਾ, ਸਾਡੇ ਮੁੰਡੇ ਨੂੰ ਵੀ ਆਹ ਕਰ ਦਿਓ, ਲੜਕੀ ਨੂੰ ਵੀ ਆਹ ਕਰ ਦਿਓ, ਸਾਡੇ ਘਰ ਵਾਰ ਦਾ ਵੀ ਕਰ ਦਿਓ, ਮੁਕੱਦਮਾ ਵੀ ਜਿੱਤਣਾ। ਜਿੰਨੀ ਫਰਿਸ਼ਤ ਹੈ ਸਤਿਗੁਰੂ ਦੇ ਅੱਗੇ ਫਰਿਸ਼ਤ ਢੇਰੀ ਕਰ, ਫਰਿਸ਼ਤ ਫੜਾਉਣ ਜਾਣਾ। ਸਤਿਗੁਰੂ ਆਹ ਦਿੱਤੇ ਨੇ 1 ਪਾਉਂਡ ਝੋਲ ਪਾਇਆ ਗੋਲਕ ਵਿੱਚ, ਤੇ ਕੰਮ ਸਾਡੇ ਆਹ ਨੇ ਕਰਨ ਵਾਲੇ, ਖਿਆਲ ਰੱਖਿਓ ਜ਼ਰੂਰ ਕਰਨੇ ਨੇ। ਨਹੀਂ ਹੁੰਦੇ ਤੇ ਫਿਰ ਇਹ ਵੀ ਆ ਜਾਂਦਾ ਵੀ ਇੰਨੇ ਚਿਰ ਪਾਠ ਕਰਦੇ ਰਹੇ, ਇੰਨਾ ਚਿਰ ਸਵੇਰੇ ਤੜਕੇ ਉੱਠ ਕੇ ਗੁਰਦੁਆਰੇ ਜਾਣੇ, ਹੋਇਆ ਕੀ ਜੀ? ਸਾਡਾ ਤਾਂ ਆਹ ਕੰਮ ਵੀ ਨਹੀਂ ਹੋਇਆ, ਸਾਡਾ ਤਾਂ ਇੱਕ ਲੜਕੀ ਦਾ ਰਿਸ਼ਤਾ ਸੀ ਉਹ ਵੀ ਨਹੀਂ ਸਿਰੇ ਚੜ੍ਹਿਆ। ਬਸ ਸਾਡੀਆਂ ਜਿਹੜੀਆਂ ਲੋੜਾਂ ਦੀ ਖਾਤਰ ਵਪਾਰ ਕਰਨ ਲਈ, ਬਿਜ਼ਨਸ ਕਰਨ ਲਈ ਇੱਕ ਇਹ ਤਰੀਕਾ। ਦੇਖਣਾ ਇਹ ਆ ਵੀ ਗੁਰੂ ਲਈ ਕੌਣ ਜਾਂਦਾ। ਗੁਰੂ ਲਈ ਕੋਈ ਵਿਰਲੇ ਜਾਂਦੇ ਨੇ ਜਿਹੜੇ ਕੇਵਲੇ ਤੱਕ ਕੇ ਜਾਂਦੇ ਨੇ ਨਿਸ਼ਕਾਮਤਾ ਨਾਲ। ਸਤਿਗੁਰੂ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਤੁਹਾਡੇ ਦਰ ਤੇ ਆਏ ਆ, ਆਪਣੇ ਲੜ ਨਾਲ ਜਲਾ ਲਓ, ਆਪਣੇ ਚਰਨਾਂ ਨਾਲ ਜੋੜ ਲਓ। ਇਸ ਭਾਵਨਾ ਨਾਲ ਜਿਹੜਾ ਮਨੁੱਖ ਜਾਂਦਾ ਉਹ ਮਨੁੱਖ ਅਸਲ ਵਿੱਚ ਗੁਰੂ ਘਰ ਜਾਂਦਾ, ਉਹ ਗੁਰਦੁਆਰੇ ਜਾਂਦਾ, ਔਰ ਉਹਦਾ ਜਾਣਾ ਜਿਹੜਾ ਉਹ ਹੀ ਸਫਲ ਹੈ। ਸੰਗਤ ਵਿੱਚ ਦੇਖੋ ਜਾਣਾ ਇੱਕ ਬਾਂਸ ਬਿਰਤੀ ਨਾਲ। ਬਾਂਸ ਬਿਰਤੀ ਕੀ ਹੈ? ਬਾਂਸ ਬਿਰਤੀ ਇਹ ਹੈ, ਜੇ ਮਨੁੱਖ ਜਾਂਦਾ, ਬਾਂਸ ਜਿੱਥੇ ਦੋ ਹੋਣਗੇ ਉਹ ਆਪਸ ਵਿੱਚ ਹੀ ਜਦੋਂ ਖਹਿਣਗੇ ਉਹਨਾਂ ਵਿੱਚੋਂ ਅੱਗ ਨਿਕਲੇਗੀ, ਚੁਗਿਆੜੇ ਨਿਕਲਣਗੇ, ਔਰ ਆਪ ਤੇ ਸੜਦੇ ਨੇ, ਉਹ ਫਿਰ ਬਾਕੀ ਜੰਗਲ ਨੂੰ ਵੀ ਸਾੜਨ ਦਾ ਸਬੱਬ ਬਣ ਜਾਂਦੇ, ਕਾਰਨ ਬਣ ਜਾਂਦੇ ਨੇ। ਸੰਗਤ ਵਿੱਚ ਜਾ ਕੇ ਮਨੁੱਖ ਜਿਹੜਾ ਈਰਖਾ ਕਰਦਾ, ਕਿਸੇ ਨਾਲ ਜੈਲਸ ਕਰਦਾ, ਨਿੰਦਿਆ ਚੁਗਲੀ ਵਾਲੇ ਪਾਸੇ ਨੂੰ ਪੈ ਜਾਂਦਾ, ਹਰ ਬੰਦੇ ਨੂੰ ਕਿਸੇ ਨੂੰ ਮਾੜਾ ਆਖ, ਕਿਸੇ ਨੂੰ ਚੰਗਾ ਆਖ, ਜਿਹੜਾ ਇਸ ਬਿਰਤੀ ਨਾਲ ਮਨੁੱਖ ਜਾਂਦਾ ਉਹ ਜਿੱਥੇ ਆਪਣਾ ਨੁਕਸਾਨ ਕਰਦਾ ਉਹ ਨਾਲ ਦੇ ਸਤ ਸੰਗੀਆਂ ਦਾ ਨੁਕਸਾਨ ਵੀ ਕਰਦਾ। ਫਿਰ ਬਾਂਸ ਬਿਰਤੀ ਕੀ ਹੈ? ਜਿਵੇਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ, ਵਿੱਚ ਛਿਲਤਾਂ ਨੇ ਬਾਂਸ ਦੇ, ਉਹ ਫਿਰ ਚੁੱਭਦੀਆਂ ਨੇ। ਜਿੱਥੇ ਆਇਆ ਗਿਆ ਨੂੰ ਹਰ ਬੰਦੇ ਦੀ ਨੁਕਤਾਚੀਨੀ ਕਰਨੀ, ਹਰ ਬੰਦੇ ਨੂੰ ਕਿਸੇ ਨਾ ਕਿਸੇ ਨੂੰ ਬੁਰਾ ਆਖਣਾ, ਕਿਸੇ ਨੂੰ ਭਲਾ ਨਹੀਂ ਕਹਿਣਾ। ਇਸ ਬਿਰਤੀ ਨਾਲ ਜਿਹੜਾ ਮਨੁੱਖ ਜਾਂਦਾ ਉਹ ਫਿਰ ਆਪ ਤੱਕ ਲੈਣਾ ਕੀ ਆ, ਸੰਗਤ ਵਿੱਚੋਂ ਸਗੋਂ ਗਵਾ ਕੇ ਆ ਜਾਂਦਾ। ਸੰਗਤੀ ਪੁਰਖ, ਨਾਮੀ ਪੁਰਖ ਦੀ ਨਿਸ਼ਾਨੀ ਕੀ ਆ? ਜਿਹੜਾ ਗੁਰੂ ਲਈ ਜਾਂਦਾ, ਜਿਹੜਾ ਗੁਰੂ ਦੇ ਦਰ ਤੇ ਕੁਛ ਲੈਣ ਗਿਆ, ਸ਼ਰਧਾ ਭਾਵਨਾ ਨਾਲ ਗਿਆ, ਜਿਹੜਾ ਵਾਸਤਵ ਵਿੱਚ ਸੰਗਤੀ ਹੈ, ਜਿਹੜਾ ਵਾਸਤਵ ਵਿੱਚ ਜਿਹਦੇ ਮਨ ਨੂੰ ਸ਼ਾਂਤੀ ਆ ਗਈ, ਉਹ ਕੀ ਹੈ? ਦੇਖੋ ਸਭ ਤੋਂ ਵੱਡੀ ਨਿਸ਼ਾਨੀ ਉਹਦੇ ਮਨ ਨੂੰ ਉਹਦਾ ਮਨ ਸ਼ਾਂਤ ਹੋਏਗਾ, ਮਨ ਵਿੱਚ ਭਟਕਣਾ ਨਹੀਂ ਹੋਏਗੀ, ਉਹਦਾ ਔਰਾ ਦੂਜਿਆਂ ਦੇ ਉੱਤੇ ਵੀ ਅਸਰ ਕਰੇਗਾ। ਉਹ ਮਨੁੱਖ ਆਖੇਗਾ, ਕੋਈ ਉਹਦੀ ਨਿੰਦਾ ਵੀ ਕਰਦਾ ਤੇ ਉਹ ਗੁੱਸੇ ਨਹੀਂ ਹੁੰਦਾ, ਉਹ ਖੁਸ਼ ਹੁੰਦਾ। ਉਹ ਕਹਿੰਦਾ ਹਮਰੇ ਕਪੜੇ ਨਿੰਦਕ ਧੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਗਏ ਉਹਨਾਂ ਦੇ ਕੋਲ, ਆਖਣ ਲੱਗੇ, ਭਾਈ ਸਾਹਿਬ ਤੁਹਾਡੀਆਂ ਲਿਖਤਾਂ, ਤੁਹਾਡੀਆਂ ਵਿਚਾਰਾਂ, ਇੰਨੀਆਂ ਸ੍ਰੇਸ਼ਟ ਵਿਚਾਰਾਂ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਬਾਣੀ ਹੈ ਉਹਦਾ ਤਕਰੀਬਨ ਉਲੱਥਾ ਕੀਤਾ ਹੈ, ਬੜੇ ਗੋਝ ਭਾਵ ਤੁਸੀਂ ਖੋਲ੍ਹੇ ਨੇ, ਬੜੀ ਬਖਸ਼ਿਸ਼ ਹੈ ਤੁਹਾਡੇ ਉੱਤੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹੱਥ ਜੋੜ ਲਏ ਗੁਰਸਿੱਖਾਂ ਅੱਗੇ, ਤੇ ਜੋ ਲਫ਼ਜ਼ ਵਰਤੇ ਉਹ ਆਖਣ ਲੱਗੇ, ਨਹੀਂ ਗੁਰਸਿੱਖੋ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ ਹੋਂ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮਖੋਰ ਠਗ ਦੇਸ਼ ਠਗੰਦਾ, ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਮੇਰੇ ਤੇ ਆ ਔਗਣ ਨੇ ਭਾਈ। ਹੁਣ ਆਪਾਂ ਵੇਖੀਏ ਭਾਈ ਗੁਰਦਾਸ ਜੀ ਵਿੱਚ ਕਿਤੇ ਔਗਣ ਹੋ ਸਕਦੇ ਨੇ? ਨਹੀਂ, ਪਰ ਉਹਨਾਂ ਦੀ ਨਿਮਰਤਾ, ਉਹਨਾਂ ਦੀ ਗੱਲ ਕਰਨ ਦਾ ਸਟਾਈਲ, ਗੱਲ ਕਰਨ ਦਾ ਢੰਗ ਹੈ। ਪਰ ਫਿਰ ਨਾਲ ਇੰਨਾ ਕੁਝ ਹੋਣ ਦੇ ਬਾਵਜੂਦ ਸਾਨੂੰ ਇਹ ਦੱਸਿਆ ਵੀ ਇੰਨੇ ਔਗਣ ਵੀ ਕਿਸੇ ਮਨੁੱਖ ਵਿੱਚ ਹੋਣ, ਅਪਰਾਧੀ ਹੋਵੇ, ਗੁਨਹਗਾਰ ਹੋਵੇ, ਬੇਮੁਖ ਹੋਵੇ, ਮੰਦਾ ਹੋਵੇ, ਚੋਰ ਹੋਵੇ, ਯਾਰ ਹੋਵੇ, ਯੁਆਰ ਹੋਵੇ, ਪਰਾਏ ਘਰ ਜਾਂਦਾ ਹੋਵੇ, ਨਿੰਦਕ ਹੋਵੇ, ਦੁਸ਼ਟ ਹੋਵੇ, ਹਰਾਮਖੋਰ ਹੋਵੇ, ਉਹ ਠੱਗੀਆਂ ਮਾਰਦਾ ਹੋਵੇ, ਵਿਸ਼ਵਾਸਘਾਤੀ ਹੋਵੇ, ਅਕਿਰਤਘਣ ਹੋਵੇ, ਸਾਰੇ ਔਗਣ ਵੀ ਹੋਣ, ਪਰ ਨਾਲ ਭਾਈ ਸਾਹਿਬ ਨੇ ਆਖਿਆ ਬੰਦਾ ਨਿਰਾਸ਼ ਨਾ ਹੋਵੇ। ਆਖਣ ਲੱਗੇ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਣ ਦਾ। ਤੂੰ ਯਾਦ ਕਰ, ਉਹਦੇ ਤੋਂ ਮੰਗ ਸਹੀ,
ਇੱਥੇ ਆ ਕੇ ਕੇਵਲ ਉਹਦੀ ਬਖਸ਼ਿਸ਼ ਨੇ ਕੰਮ ਕਰਨਾ, ਆਪਣੀ ਹੀ ਕਰਨੀ ਕਰ, ਉੱਥੇ ਨਰਕ ਹੂੰ ਨਾ ਪਾਵੋਂ ਠੌਰ, ਸਤਿਗੁਰੂ ਤੁਮਰੇ ਬਿਰਦ ਕੋ ਆਸਰੋ ਸਮਾਰੋ। ਆਪਣਿਆਂ ਕਰਮਾਂ ਕਰਕੇ ਮਨੁੱਖ ਚਾਹਵੇ ਛੁੱਟਣਾ ਨਹੀਂ ਛੁੱਟ ਸਕਦਾ। ਲਿਖੈ ਕਤਹੂ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਸ ਅਰਦਾਸ ਹੈ ਕਿ ਬਖਸ਼ਣ ਹਾਰੇ ਬਖਸ਼ ਲੈ। ਜੇ ਮਨੁੱਖ ਇਸ ਭਾਵਨਾ ਨਾਲ ਬਸ ਉਹਦੇ ਕੋਲੋਂ ਬਜਾਏ ਇਸ ਗੱਲ ਕਿ ਵੀ ਜੋ ਮੈਂ ਕਰਦਾ, ਪਾਠ ਕਰਦੇ ਅਰਦਾਸਾਂ ਕਰਦੇ ਵੀ ਸਤਿਗੁਰੂ ਮੈਂ ਇੰਨਾ ਜਾਪ ਕੀਤਾ ਮੈਨੂੰ ਬਖਸ਼ ਲੈ, ਨਹੀਂ, ਬਸ ਜਿੱਤ ਦੁਆਰਾ ਉਭਰੈ। ਅਰਦਾਸ ਇਹੀ ਕਰਨੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਦੇ ਨਿਰਾਸ਼ ਨਹੀਂ ਹੋਣਾ। ਦੇਖੋ ਬੜੀ ਆਸ ਗੁਰਮਤਿ ਨੇ ਬੁਝਾਈ ਹੈ। ਉਹ ਆਖਣ ਲੱਗੇ ਲੋਕਾ ਮਤ ਕੋ ਫੱਕੜ ਪਾਹੇ, ਲੱਖ ਮੜਿਆਂ ਕਰ ਇਕੱਠੇ ਇੱਕ ਰੱਤੀ ਲੈ ਪਾਏ। ਮਤਾਂ ਇਸ ਭੁਲੇਖੇ ਵਿੱਚ ਆ ਦੁਨੀਆਦਾਰੋ ਰਹੇ ਹੋ, ਲੱਖਾਂ ਮਣ ਲੱਕੜ ਇਕੱਠੀ ਕਰ ਲਓ, ਇਕੱਠੀ ਕਰਨ ਤੋਂ ਬਾਅਦ ਉਹਨੂੰ ਜੇ ਆਖੀਏ ਵੀ ਉਹਨੂੰ ਸਾੜਨ ਵਾਸਤੇ ਵੀ ਉੱਥੇ ਲੱਖਾਂ ਮਣ ਜਾਂ ਹਜ਼ਾਰਾਂ ਮਣ ਅੱਗ ਚਾਹੀਦੀ ਹੈ, ਆਖਣ ਲੱਗੇ ਨਹੀਂ, ਇੱਕ ਰੱਤੀ ਚੰਗਿਆੜੀ ਅੱਗ ਦੀ ਲੱਕੜਾਂ ਨੂੰ ਲਾ ਦਿਓ ਔਰ ਸਾੜ ਕੇ ਸੁਆਹ ਕਰ ਦੇਗੀ ਤੇ ਰਾਖ ਮੁੱਠੀ ਪਰ ਬਚ ਜਾਏਗੀ। ਸਹਿਸ ਮਣਾ ਰੂਈ ਜਲੈ ਚੰਗਾੜੀ ਤੁਖ ਹੈ। ਜਿੰਨਾ ਮਰਜੀ ਹੋਵੇ, ਚੂੰਕਿ ਪਰਮੇਸ਼ਵਰ ਦਾ ਨਾਮ ਵਿੱਚ ਇਹ ਸਮਰਥ ਹੈ ਕਿ ਸਾਡੇ ਔਗੁਣਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ, ਬਸ਼ਰਤੇ ਅਸੀਂ ਦਰ ਤੇ ਢੱਠ ਜਾਈਏ, ਪੈ ਜਾਈਏ। ਆਪਾਂ ਇਹ ਮੰਨ ਕੇ ਤੁਰ ਪਈਏ ਸਤਿਗੁਰੂ ਕੇਵਲ ਤੁਹਾਡੀ ਬਖਸ਼ਿਸ਼ ਦੇ ਆਸਰੇ ਹੀ ਸਾਰਾ ਹੋਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਸ੍ਰੇਸ਼ਟ ਸੇਧ ਦਿੱਤੀ ਹੈ, ਜੀਵਨ ਜਾਚ ਦਾ ਤਰੀਕਾ ਦੱਸਿਆ। ਕਹਿੰਦੇ ਨੇ ਭਗਤ ਬਛਲ ਸੁਣ ਹੋ ਤੋਂ ਨਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋ, ਅੰਤਰ ਜਾਮੀ ਸੁਣ ਕੰਪਤ ਹੋ, ਅੰਤਰਗਤ ਦੀਨ ਕੇ ਦਿਆਲ ਸੁਣ ਭੈ ਪਰਮਟਾਰ ਹੋ, ਤੇ ਜਲ ਧਰ ਕੇ ਸੰਗਮ ਅਫਲ ਸਿੰਬਲ ਦਰਮ, ਚੰਦਨ ਸੁਗੰਧ ਸੰਬੰਧ ਮਲਗਾਰ ਹੋਂ। ਤੇ ਭਾਈ ਸਾਹਿਬ ਆਂਦੇ ਨੇ ਆਪਣੀ ਹੀ ਕਰਨੀ ਕਰ, ਨਰਕ ਹੂੰ ਨਾ ਪਾਵੋਂ ਠੌਰ, ਬਸ ਤੁਮਰੇ ਬਿਰਦ ਕੋ ਆਸਰੋ ਸੰਭਾਰੋ। ਤੇਰੀ ਬਖਸ਼ਿਸ਼ ਦੇ ਆਸਰੇ ਸਤਿਗੁਰੂ ਜੇ ਬਖਸ਼ ਸਕਦੇ ਆ ਤੇ ਬਖਸ਼ ਲਓ, ਬਸ ਤੁਹਾਡੀ ਬਖਸ਼ਿਸ਼ ਦੇ ਆਸਰੇ ਪਾਰ ਉਤਾਰਾ ਹੋ ਸਕਦਾ, ਵੈਸੇ ਨਹੀਂ। ਕਿਉਂਕਿ ਸੰਤ ਆਪਣਾ ਸੁਭਾਅ ਨਹੀਂ ਛੱਡਦਾ। ਆਪਾਂ ਬਹੁਤ ਵਾਰ ਸਾਖੀਆਂ ਪੜ੍ਹੀਆਂ ਨੇ, ਸੁਣੀਆਂ ਨੇ, ਰੋਜ਼ ਕਥਾਵਾਂ ਆਪਾਂ ਗਿਣਦੇ ਹਾਂ ਵੀ ਸੰਤ ਤੁਰਿਆ ਜਾ ਰਿਹਾ, ਇੱਕ ਬਿੱਛੂ ਰੁੜਿਆ ਜਾ ਰਿਹਾ, ਬਿੱਛੂ ਡੰਗ ਮਾਰ ਰਿਹਾ, ਸੰਤ ਕੋਲੋਂ ਜਿਹੜਾ ਪਾਣੀ ਬਿੱਛੂ ਪਾਣੀ ਵਿੱਚ ਫੇਰ ਡਿੱਗ ਪੈਂਦਾ, ਫਿਰ ਪੁੱਛ ਰਹੇ ਨੇ ਵੀ ਉਹਨਾਂ ਕੱਢਿਆ, ਫਿਰ ਡੰਗ ਮਾਰਿਆ, ਤੇ ਚਲੇ ਪੁੱਛ ਰਹੇ ਨੇ ਵੀ ਸੰਤ ਜੀ ਇਹ ਬਿੱਛੂ ਮੁੜ ਮੁੜ ਡੰਗ ਮਾਰ ਰਿਹਾ ਹੈ ਤੇ ਤੁਸੀਂ ਇਹਨੂੰ ਪਾਣੀ ਵਿੱਚੋਂ ਕੱਢਣ, ਕਹਿੰਦੇ ਜੇ ਪਾਣੀ ਵਿੱਚ ਇਹ ਜਾਂਦਾ ਰੁੜਿਆ ਜਾ ਰਿਹਾ, ਇਹ ਮਰ ਜਾਏਗਾ, ਮੈਂ ਤਾਂ ਕੱਢ ਰਿਹਾ। ਪਰ ਆਖਣੀ ਉਹ ਤੇ ਡੰਗ ਮਾਰ ਰਿਹਾ। ਉਹ ਕਹਿੰਦੇ ਇਹਦਾ ਸੁਭਾਅ ਹੈ, ਉਹ ਆਪਣਾ ਸੁਭਾਅ ਨਹੀਂ ਛੱਡ ਰਿਹਾ, ਡੰਗ ਮਾਰਨਾ ਬਿੱਛੂ ਦਾ ਸੁਭਾਅ ਆ। ਪਰ ਫਿਰ ਮੇਰੇ ਵਿੱਚ ਤੇ ਉਹਦੇ ਵਿੱਚ ਅੰਤਰ ਕੀ ਹੋਇਆ? ਜੇ ਉਹਨੇ ਮੇਰੇ ਡੰਗ ਮਾਰਿਆ ਤੇ ਮੈਂ ਉਹਦੇ ਸੋਟਾ ਮਾਰ ਦਿੱਤਾ ਜਾਂ ਮੁੜ ਕੇ ਪਾਣੀ ਵਿਸੜ, ਚੰਗਾ ਮਰ, ਨਹੀਂ ਬਚਣਾ ਤੇ ਨਾ ਬਚ। ਪਰ ਮੇਰਾ ਸੁਭਾਅ ਆ ਦਇਆ ਕਰਨੀ, ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਡੰਗ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਮਨੁੱਖ ਕਈ ਵਾਰ ਤਪ ਕਰਦਿਆਂ ਕਰਦਿਆਂ ਵੀ ਹੰਕਾਰੀ ਹੋ ਜਾਂਦਾ, ਇਹ ਆਪਾਂ ਸਾਰੇ ਜਾਣਦੇ ਹਾਂ। ਕਰਦਿਆਂ ਕਰਦਿਆਂ ਹੰਕਾਰੀ ਕੀ ਹੁੰਦਾ? ਮਨੁੱਖ ਹੁੰਦਾ ਹੀ ਹੰਕਾਰੀ ਆਪ ਤਾਂ ਆਮ ਤੌਰ ਤੇ ਚੰਗੇ ਗੁਣ ਕਰਕੇ, ਮਾੜੇ ਗੁਣਾਂ ਦਾ ਕੀ ਹੰਕਾਰ ਮਨੁੱਖ ਕਰੇਗਾ। ਹੁਣ ਆਮ ਵੇਖਣ ਵਿੱਚ ਆਉਂਦਾ, ਅਸੀਂ ਜੀ 11 ਪਾਠ ਸੁਖਮਨੀ ਸਾਹਿਬ ਦੇ ਕਰਦੇ ਹਾਂ, ਦੱਸਣਾ ਇਸ ਢੰਗ ਨਾਲ 7 ਪਾਠ ਕਰਦੇ ਹਾਂ, 21 ਪਾਠ ਜਪਜੀ ਸਾਹਿਬ ਦੇ ਕਰਦੇ ਹਾਂ ਜੀ, ਦਾਸ ਤੇ ਬਖਸ਼ਿਸ਼ ਹੈ ਜੀ, ਬਸ ਸਤਿਗੁਰੂ ਕਰਵਾ ਲੈਂਦੇ ਨੇ। ਅਸਲ ਵਿੱਚ ਕਹਿਣ ਪਿੱਛੇ ਭਾਵ ਹੁੰਦਾ ਕਿਸੇ ਨੂੰ ਦੱਸਣਾ ਹੈ ਕਿ ਮੈਂ ਇੰਨੇ ਪਾਠ ਕਰ ਲੈਂਦਾ, ਤੂੰ ਕਿੰਨੇ ਕਰਦਾ। ਉਹ ਜਿਹੜੀ ਭਾਵਨਾ ਹੈ ਨਹੀਂ ਤਾਂ ਜਿਹੜਾ ਫਿਰ ਮਨੁੱਖ ਕਰਦਾ ਹੈ, ਜਿਹੜਾ ਆਪਣੇ ਲਈ ਕਰਦਾ, ਉਹਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਉੱਥੇ ਤੇ ਹੁਕਮ ਸਾਨੂੰ ਇਹ ਆ ਵੀ ਦਿਨ ਰਾਤੀਆਂ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਉਹ ਤੇ ਦਿਨ ਵੀ ਗਾਵੋ, ਰਹਿਣੀ ਗਾਵੋ, ਗਾਵੋ ਸਾਸ ਸਾਸ ਰਸਨਾਰੇ। ਉਹ ਤੇ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਹ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਂਦਾ। ਗਿਣਤੀਆਂ ਮਿਣਤੀਆਂ ਵਿੱਚ ਪੈਣ ਵਾਲਾ ਮਨੁੱਖ, ਜਾਂ ਗਿਣਤੀਆਂ ਮਿਣਤੀਆਂ ਵਿੱਚ ਜਿਹੜਾ ਮਨੁੱਖ ਗਿਣਤੀਆਂ ਮਿਣਤੀਆਂ ਦੱਸਦਾ, ਉਹ ਅਸਲ 'ਚ ਦੂਜੇ ਤੇ ਪ੍ਰਭਾਵ ਪਾਉਣ ਲਈ ਹੈ। ਉਹ ਆਪਣੇ ਈਗੋ ਨੂੰ, ਆਪਣੇ ਹੰਕਾਰ ਨੂੰ ਸਿਰਫ ਚਾਰਾ ਡਾਲ ਰਿਹਾ, ਪੱਠੇ ਪਾ ਰਿਹਾ। ਹਰਨਾਕਸ਼ ਕੀ ਹੈ? ਤਪੱਸਵੀ ਘੱਟ ਨਹੀਂ ਸੀ, ਜਿਹਨੇ ਇੰਨੀ ਤਪੱਸਿਆ ਕੀਤੀ ਕਿ ਪਰਮੇਸ਼ਵਰ ਨੇ ਆਪ ਸਾਖਸ਼ਾਤ ਪ੍ਰਗਟ ਹੋ ਕੇ ਇਹ ਵਰ ਦਿੱਤਾ, ਜੇ ਤੂੰ ਵਰ ਲੈ ਲੈ, ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਜਲ 'ਚ ਮਰਾਂ ਨਾ ਥਲ 'ਚ ਮਰਾਂ, ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ, ਮਿਰਤੂ ਵਸ ਕਰ ਲਈ।
ਕਿ ਇੰਨਾ ਕੁਝ ਕਰਕੇ ਫਿਰ ਉਹਨੂੰ ਮਨ ਨੂੰ ਸ਼ਾਂਤੀ ਆ ਗਈ? ਨਹੀਂ, ਹੰਕਾਰੀ ਹੋ ਗਿਆ। ਹੰਕਾਰੀ ਕਿਉਂ ਆਖਣ ਲੱਗਾ? ਹੁਣ ਸਾਰੇ ਜਾਣੇ ਇਹ ਆਖੋ, ਜਲੇ ਹਰਨਾਕਸ਼, ਥਲੇ ਹਰਨਾਕਸ਼, ਇਹਾਂ ਹਰਨਾਕਸ਼, ਉਹਾਂ ਹਰਨਾਕਸ਼। ਆਪਣੇ ਪੁੱਤਰ ਨੂੰ ਵੀ ਤੁਸੀਂ ਇਹ ਦੇਣ ਲੱਗ ਪਿਆ, ਤੂੰ ਮੇਰਾ ਨਾਮ ਜਪ। ਪਰ ਉਹ ਆਂਦਾ ਨਹੀਂ, ਮੈਂ ਰੱਬ ਦਾ ਨਾਮ ਲੈਣਾ। ਦੇਖੋ, ਮਨੁੱਖ ਦੀ ਬਿਰਤੀ ਹੈ, ਮਨੁੱਖ ਹੰਕਾਰੀ ਹੋ ਜਾਂਦਾ ਹੈ। ਤਪੱਸਿਆ ਕਰਕੇ ਵੀ ਮਨੁੱਖ ਦਾ ਹੰਕਾਰ ਪਿੱਛਾ ਨਹੀਂ ਛੱਡਦਾ। ਪਰ ਅਸੀਂ ਜਿਸ ਚੀਜ਼ ਤੋਂ ਸਤਿਗੁਰ ਨੇ ਸਾਨੂੰ ਬਚਾਇਆ, ਸਾਨੂੰ ਵਰਜਿਆ ਕਿ ਹੰਕਾਰੀ ਨਹੀਂ ਹੋਣਾ, ਕੁਛ ਵੀ ਕਰ ਲੈਣਾ, ਪਰ ਲੇਕਿਨ ਇਹ ਤੋਂ ਬਚ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾਏ। ਜਿੱਥੇ ਨਾਮ ਵਸਦਾ ਹੈ ਉੱਥੇ ਹਉਮੈ ਨਹੀਂ ਵਸਦੀ, ਜਿੱਥੇ ਹਉਮੈ ਵਸਦੀ ਹੈ ਉੱਥੇ ਫਿਰ ਨਾਮ ਨਹੀਂ। ਦੋਨਾਂ ਦਾ ਮੇਲ ਨਹੀਂ ਹੁੰਦਾ, ਇਹ ਕਿਸੇ ਵੀ ਕੀਮਤ ਤੇ ਦੋ ਨੈਵਰ ਟੂ ਟੂਗੈਦਰ। ਤੇ ਸਤਿਗੁਰੂ ਬਖਸ਼ਿਸ਼ ਕਰਨ। ਦੇਖੋ, ਸਿੱਖ ਨੇ ਜੋ ਲੈਣਾ ਗੁਰੂ ਤੋਂ ਲੈਣਾ, ਗੁਰੂ ਗ੍ਰੰਥ ਸਾਹਿਬ ਤੋਂ ਲੈਣਾ। ਕਿਸੇ ਮਗਰ ਨਹੀਂ ਭੱਜੇ ਫਿਰਨਾ, ਦੇ ਧਾਰੀਆਂ ਮਗਰ ਨਹੀਂ ਭੱਜੇ ਫਿਰਨਾ, ਕਿਸੇ ਪਖੰਡੀ ਮਗਰ ਨਹੀਂ ਜਾਣਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾਨੂੰ ਹਰ ਚੀਜ਼ ਦੇਣ ਨੂੰ ਸਮਰੱਥ ਨੇ, ਸਰਵ ਕਲਾ ਸੰਪੰਨ ਨੇ। ਜੋ ਮੰਗੇ ਮਨੁੱਖੋਂ ਮਿਲਦਾ ਹੈ, ਆਰਥਕ ਮਿਲਦਾ ਹੈ, ਪਰਮਾਰਥਕ ਹੈ, ਜੋ ਸਾਨੂੰ ਚਾਹੀਦਾ। ਪਰ ਬਸ਼ਰਤੇ ਕੋਈ ਭਾਵਨਾ ਨਾਲ ਪੂਜੇ ਤੇ ਸਹੀ, ਕੋਈ ਭਾਵਨਾ ਨਾਲ ਜਾ ਕੇ ਮੱਥਾ ਟੇਕੇ ਤੇ ਸਹੀ, ਕੋਈ ਭਾਵਨਾ ਨਾਲ ਬਾਣੀ ਪੜ੍ਹੇ ਤੇ ਸਹੀ। ਪਰ ਗੱਲ ਹੈ ਕੇਵਲ ਉੱਥੇ ਜਿੱਥੇ ਸਾਡੀ ਭਾਵਨਾ ਹੈ, ਪਰ ਦੇਖਣ ਨਾਲ ਇਕੱਲੇ ਨਹੀਂ। ਦੇਖੋ, ਇਹ ਵੀ ਨੇ ਇੱਕ ਇਹ ਵੀ ਆਖਿਆ ਵੀ ਡਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਵੀ ਗੁਰਬਾਣੀ ਹੈ। ਡਿੱਠੈ ਦਰਸ਼ਨ ਕਰਨ ਨਾਲ ਮੁਕਤੀ ਨਹੀਂ ਮਿਲਣੀ ਤੇ ਨਾ ਕੋਈ ਮੈਲ ਕੱਟੀ ਜਾਣੀ ਹੈ। ਪਰ ਦੂਜੇ ਪਾਸੇ ਇਹ ਵੀ ਨਾਲ ਹੈ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਵੀ ਇੱਕ ਦੀ ਨਹੀਂ, ਦੋ ਦੀ ਨਹੀਂ, ਜਨਮਾਂ ਜਨਮਾਂਤਰਾਂ ਦੀ ਮੈਲ ਵੀ ਦਰਸ਼ਨ। ਪਰ ਗੱਲ ਹੈ ਦਰਸ਼ਨ ਕਰ ਮਨੁੱਖ ਕਿੱਦਾਂ ਰਿਹਾ, ਉਹਦੇ ਅੰਦਰ ਭਾਵਨਾ ਕਿੱਦਾਂ ਦੀ ਹੈ, ਉਹ ਕਿਸ ਰੂਪ ਵਿੱਚ ਉਹਨਾਂ ਨੂੰ ਸਤਿਗੁਰੂ ਨੂੰ ਸੇਵ ਰਿਹਾ, ਕਿਸ ਰੂਪ ਵਿੱਚ ਸਤਿਗੁਰੂ ਨੂੰ ਪੂਜ ਰਿਹਾ। ਗੁਰੂ ਗ੍ਰੰਥ ਸਾਹਿਬ ਸਮੁੰਦਰ ਦੀ ਨਿਆਈ ਹੈ। ਦੇਖੋ, ਇਹਦੇ ਵਿੱਚ ਜਾਣ ਲਈ ਮਰਜੀ ਬੜੇ ਬਣਨਾ ਪੈਣਾ, ਕੁਛ ਖੋਜਣਾ ਪੈਣਾ, ਕੁਛ ਕਮਾਈ ਕਰਨੀ ਪੈਣੀ ਹੈ, ਭਰੋਸਾ ਕਰਨਾ ਪੈਣਾ। ਤੇ ਸਮੁੰਦਰ ਵਿੱਚ ਜਾਣ ਲਈ, ਕੁਛ ਲੱਭਣ ਲਈ ਮਰਜੀ ਬੜੇ ਬਣਨਾ ਪੈਂਦਾ। ਫਿਰ ਜਿਹੜਾ ਬਣ ਜਾਂਦਾ, ਜਿਹੜਾ ਡੂੰਘਾਈ ਵਿੱਚ ਜਾ ਕੇ ਖੋਜ ਕਰਦਾ, ਫਿਰ ਉਹ ਰਤਨ ਪਦਾਰਥ ਵੀ ਉਹਨੂੰ ਮਿਲਦੇ ਨੇ, ਆਪਾਂ ਰੋਜ਼ ਸੁਣਦੇ ਹਾਂ। ਹਾਂ, ਦੁਨਿਆਵੀ ਤੌਰ ਤੇ ਜੇ ਆਪਾਂ ਵੇਖੀਏ, ਛੱਪੜ ਵੀ ਨੇ, ਛੋਟੇ ਛੋਟੇ ਪਾਣੀ ਦੇ ਦਾਇਰੇ ਵੀ ਨੇ। ਉੱਥੇ ਮਨੁੱਖ ਨੂੰ ਕਈ ਵਾਰ ਛੋਟੀਆਂ ਮੱਛੀਆਂ ਵਗੈਰਾ ਫੜਨ ਲਈ, ਆਪਣਾ ਪੇਟ ਪੂਰਤੀ ਲਈ ਜਿਹੜੇ ਕਰਦੇ ਨੇ, ਉਹ ਛੇਤੀ ਮਿਲ ਜਾਂਦੀਆਂ ਨੇ। ਇੱਦਾਂ ਜਿਹੜੇ ਦੁਆਰਿਆਂ ਤੇ ਵੱਖ-ਵੱਖ ਤੇ ਦੇਹ ਧਾਰੀਆਂ ਦੇ, ਹਾਂ ਠੀਕ ਹੈ, ਛੋਟੀਆਂ ਛੋਟੀਆਂ ਵਸਤਾਂ ਕਈ ਵਾਰ ਮਨੁੱਖ ਛੇਤੀ ਲੈ ਲੈਂਦਾ ਤੇ ਮਨੁੱਖ ਉੱਧਰ ਨੂੰ ਦੌੜ ਪੈਂਦਾ। ਪਰ ਇੱਕ ਗੱਲ ਯਾਦ ਰੱਖਿਓ, ਜੇ ਛੱਪੜ ਚੋਂ ਮੱਛੀ ਛੇਤੀ ਮਿਲ ਸਕਦੀ ਹੈ, ਪਰ ਜਰਾ ਥੋੜ੍ਹੀ ਜਿਹੀ ਡੂੰਘਾਈ ਵਿੱਚ ਗਏ ਤੇ ਗਾਰ ਮਿਲੇਗੀ, ਫਿਰ ਚਿੱਕੜ ਮਿਲੇਗਾ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੰਦਰ ਦੀ ਨਿਆਈ ਨੇ। ਠੀਕ ਹੈ, ਉੱਪਰੋਂ ਲੂਣਾ ਲੱਗੇਗਾ, ਪਰ ਜਦੋਂ ਤੁਸੀਂ ਡੂੰਘਾਈ ਵਿੱਚ ਜਾਓਗੇ ਤੇ ਬਹੁ ਸਾਗਰ ਭਰਿਆ ਰਾਮ ਵਾਲੀ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਸਤਿਗੁਰੂ ਤੇ ਆਖਦੇ ਨੇ ਕਬੀਰ ਸਾਹਿਬ, ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿਆ ਕੋਈ। ਠੀਕ ਹੈ, ਅੱਜ ਇਹਦੇ ਦਰ ਤੇ ਕਰ, ਉਹਦੇ ਦਰ ਤੇ ਅੱਜ ਨੌਗਜੇ ਦੇ ਚਲੇ ਗਏ, ਕੱਲ੍ਹ ਨੂੰ ਕਿਸੇ ਜਠੇਰੇ ਦੇ ਚਲੇ ਗਏ, ਕੱਲ੍ਹ ਨੂੰ ਕਿਸੇ ਹੋਰ ਥਾਂ ਜਾ ਕੇ ਮੱਥਾ ਟੇਕ ਦਿੱਤਾ, ਔਰ ਕਿਸੇ ਦੇਹ ਧਾਰੀਆਂ ਦੇ ਮਗਰ ਤੁਰੇ ਗਏ। ਸੁਖ ਸਾਗਰ ਗੁਰ ਛੱਡ ਕੇ ਜਿਹੜਾ ਮਨਮੁਖ ਹੋਏ ਬੰਦੇ ਦਾ ਬੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ, ਗੁਰੂ ਗ੍ਰੰਥ ਸਾਹਿਬ ਬਾਰੇ ਨੂੰ ਪੂਜਣਾ, ਔਰ ਇੱਦਾਂ ਨਹੀਂ ਵੀ ਲੋੜ ਵੇਲੇ ਹੀ ਕੇਵਲ ਸਿਮਰਨਾ ਹੈ। ਸਤਿਗੁਰੂ ਆਂਦੇ ਨੇ, ਕਾਮ ਪਰੇ ਯਾਰ ਸਿਮਰੀਆ ਐਸਾ ਸਿਮਰੋ ਨਿਤ। ਲੋੜ ਪਈ ਤੇ ਹਰ ਮਨੁੱਖ ਕਰਦਾ, ਪਰ ਨਹੀਂ, ਸਾਨੂੰ ਹੁਕਮ ਕੀ ਹੈ, ਜੋ ਸੁੱਖ ਮੈਂ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ। ਜੇ ਜਦੋਂ ਸਾਨੂੰ ਸੁੱਖ ਹੈ, ਜੇ ਅਸੀਂ ਉਸ ਵੇਲੇ ਉਹਨੂੰ ਯਾਦ ਕਰਦੇ ਹਾਂ, ਉਸ ਵੇਲੇ ਉਹਦਾ ਸ਼ੁਕਰਾਨਾ ਕਰਦੇ ਹਾਂ, ਉਸ ਵੇਲੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਤਾਂ ਜੋ ਸਾਡੀ ਕੀਤੀ ਹੈ ਉਹ ਸਫਲੀ ਹੁੰਦੀ ਹੈ। ਵਾਸਤਵ ਵਿੱਚ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗਰੀਬ ਨਿਵਾਜ ਕਿਰਪਾ ਕਰਨ, ਸਾਨੂੰ ਅਤਿਅੰਤ ਭਰੋਸਾ ਵਿਸ਼ਵਾਸ ਆਪਣੇ ਚਰਨਾਂ ਨਾਲ ਪ੍ਰੀਤੀ ਬਖਸ਼ਣ। ਜੇ ਵਿਸ਼ਵਾਸ ਨਾਲ ਅਸੀਂ ਸਤਿਗੁਰਾਂ ਦੇ ਚਰਨਾਂ ਤੇ ਜੁੜੇ ਰਹੀਏ ਤੇ ਕੋਈ ਉਹ ਦੁਨੀਆ ਦੀ ਜਾਂ ਪਰਮਾਰਥਕ ਵਸਤੂ ਨਹੀਂ ਜਿਹੜੀ ਸਾਨੂੰ ਮਿਲ ਨਹੀਂ ਸਕਦੀ,
ਪਰ ਗੱਲ ਇਹ ਆਪਾਂ ਭਰੋਸਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਲੜ ਲੱਗੀਏ। ਸਤਿਗੁਰੂ ਬਖਸ਼ਿਸ਼ ਕਰਨ ਸਾਨੂੰ ਸਤ ਸੰਗਤ ਬਖਸ਼ਣ ਨਾਲ ਸਤ ਸੰਗਤ ਵਿੱਚ ਜਾਣ ਦਾ ਢੰਗ ਤਰੀਕਾ ਬਖਸ਼ਿਸ਼ ਕਰਨ, ਤਾਂ ਜੋ ਅਸੀਂ ਆਪਣੇ ਮਨ ਨੂੰ ਨਿਰਮਲ ਕਰਕੇ ਹੰਕਾਰ ਤੋਂ ਰਹਿਤ ਹੋ ਸਕੀਏ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਜੋ ਬੋਲਿਆ ਸਤਿਗੁਰੂ ਕਿਰਪਾ ਕਰਨ, ਅਰਦਾਸ ਕਰੋ ਉਹ ਮੈਂ ਖੁਦ ਵੀ ਉਹਦਾ ਧਾਰਨੀ ਹੋ ਸਕਾਂ। ਸਤਿਗੁਰੂ ਬਖਸ਼ਿਸ਼ ਕਰਨ ਉਹ ਬਖਸ਼ਿਸ਼ਾਂ ਜਿਵੇਂ ਦੁਰਮਤ ਦੇਖ ਦਿਆਲ ਹੋਏ ਦੀ ਗੱਲ ਸੀ। ਸਤਿਗੁਰੂ ਬਖਸ਼ਿਸ਼ ਕਰਨ, ਆਪਣੀ ਰਹਿਮਤ ਕਰਨ, ਮੈਨੂੰ ਵੀ ਦਰੋਂ ਕਰੋ ਸਿੱਖੀ ਸਦਕ ਭਰੋਸਾ, ਆਪਣੇ ਚਰਨ ਕਮਲਾਂ ਦੀ ਪ੍ਰੀਤੀ ਬਖਸ਼ਣ। ਅਖੀਰ ਵਿੱਚ ਫੇਰ ਮੈਂ ਭਾਈ ਕੁਲਦੀਪ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਹੈ ਅਕਾਲ ਚੈਨਲ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਨ ਦਾ। ਸਮੁੱਚੇ ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਨਾਲ ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਸਿੱਖਿਆ ਗੁਰ ਵਿਚਾਰ। Sad Sangat ji, I have to say that was another, for me, perfect prachar. And today, Bhai Harbinder Singh ji covered something that's really very important. All of you will know who read Sri Guru Granth Sahib Ji Maharaj, Vaheguru God, Guru and Sangat is mentioned again and again and again. And sometimes people think, why is it mentioned so much? But when you think how hard it is for us to follow those three simple rules, if you like, you can understand. But Bhai Sahib was talking about Sangat and how Sangat is actually our school for learning. It's how we learn how to live. It's a training ground, Sangat, to make us learn how to live and how to behave in the outside world. And we always go there to improve ourselves. Bhai Sahib used Bhai Gurdas the Avara. Bhai Gurdas is an amazing individual in Sikh history. He actually penned the Ard Granth as narrated by our fifth Guru, Guru Arjan Dev Ji, and he wrote 40 Vara. And these Vara are considered to be the key to Sri Guru Granth Sahib Ji Maharaj, who we bow down to every time we go to the Gurdwara. And he was saying that what Bhai Gurdas Ji says about Sangat is that all the vegetation around sandalwood trees becomes like sandalwood. Sandalwood gives off a great scent, and wherever a sandalwood tree grows, the trees around it start giving that scent. Because we use a lot of analogies in Sikhi to explain what will happen to a human through nature. So there, by having the sangat, the company of a sandalwood tree, the trees around it change. The other one that Bhai Sahib used from Bhai Gurdas the Avara was that the Ganges in India, even in the West, everyone will know how many millions of people go to the Ganges and they see the Ganges, the river Ganges, and that water as sacred. They'll take it home, they'll sprinkle it in their homes. However, to use the effect of company, another analogy would be the rivers, streams and brooks, after joining the Ganges, are known by the name of the Ganges. And that is to say, that water that came from the rivers, brooks that run into the Ganges, once they're there, everyone perceives that water to be the Ganges and respects it as being pure. Again, another reason why you should do Sangat. The other var that Harbinder Singh Ji used of Bhai Gurdas Ji was, the Redeemer of the fallen ones is the holy congregation wherein the dirt of the sins is cleansed. So it's all about Sangat, that's what it is, about good company. Now, good company, he also expanded on that through good company, even animals can get good quality. And we all know this, all of those who keep pets, we all domesticate them, we all train them to become more civilized, if you like. If you look at the dogs for the blind, how good their behavior is, how brilliant they become after doing the sangat, the company of humans. You can see how an animal takes on qualities which are sometimes better than some of the humans who live in this world today. But Bhai Sahib also turned it round and said, by doing bad company, a man, a human, can start acting like an animal, can become almost vicious, can become a mugger, can become a thief, can lose all their, if you like, senses. He also used another analogy, which again is from Bhai Gurdas Ji,
and that was how the vine lying on the floor can grow and grow and grow, but it can never uplift itself. It can never raise itself without the company of a tree. And once it gets the company of that tree, that vine will grow as high as the tree. So that's to tell you, you'll only be as good as the Sangat you keep. If you want to really improve yourself, you have to join people who have already improved themselves. He also mentioned by Kabir Ji's Shabad in Guru Granth Sahib Ji, where Bhai Kabir Ji says, I have been ruined and destroyed by bad company like a banana plant near a thorn bush. When a banana plant comes close to a thorn bush, as the wind blows, all its leaves get ripped and destroyed. So again, another example, another way of trying to explain to us, keep good company. But finally, he also said with Sangat, the most important thing with Sangat for us as well is Sri Guru Granth Sahib Ji Maharaj. And when we go to the Gurdwara, it's our belief and trust in Sri Guru Granth Sahib Ji Maharaj that actually, if you like, will affect us. How much trust and belief we go with is how much we will be affected by our visit to the Gurdwara. Sometimes we can be there physically, but our mind could be elsewhere. Psychologically, we're not with it. And sometimes you may not even be at the Gurdwara, but your mind is on the Guru's Shabad, on Shabad Guru. So physically you're not there, but with your mind you are. He gave the example. Now this is a really good example. I was amazed with this. He said that Bhai Balaji, who actually did the company of Sri Guru Nanak Dev Ji, asked Guru Angad Dev Ji, when Guru Angad Dev Ji was asking him about Guru Nanak Dev Ji's Baniya, he said to Guru Angad Dev Ji, the second Guru, I did the Sangat of Guru Nanak Dev Ji and you did the Sangat of Guru Nanak Dev Ji, but how come you became Guru and I didn't? Why didn't I get the same benefit, as it were, of doing Guru Nanak Dev Ji's Sangat? And Guru Angad Dev Ji asked him, in what light did you see Guru Nanak Dev Ji? How did you consider him? And he said, I saw him as a great saint, a great sant, a great Mahapurkh. And he said, that is really commendable. But he said, I saw Guru Nanak Dev Ji as the vision of God himself. So what that is to say is, how we view our Guru, how we view Sri Guru Granth Sahib Ji Maharaj, and how much respect we give to Sri Guru Granth Sahib Ji Maharaj is as much as what benefit as we'll get. A friend of mine even said, we can make the Guru as big or as small as we want, but what we get will be in line with how big or small we make the Guru. So, moving on, he spoke about Sangat and having respect for Sangat. And it was to say, when we go into the Sangat, we should really consider our actions in the Gurdwara very importantly. And one of the biggest things we should consider is, how do we not draw attention to ourselves and let people remain absorbed into the Shabad they're listening at. And he was saying that sometimes we can go into Sangat and we talk, and not only do we not ourselves learn anything because we're talking, but more importantly, somebody is sitting next to us who's been there after a week, who's trying to get some spiritual enlightenment. They're feeling absolutely brilliant because they're learning something, and instead of learning something, they hear, say, my voice because I'm talking next to them, and their concentration is broken. And then they're back down to, if you like, the norm. And there, not only do we waste our time of going into the Sangat, so we don't just get a 0, we actually come out with a minus because we've actually taken something away from someone else. And he also mentioned that it's all about belief as well. Sangat of the Guru. In science, the general theory is you do a practical. When you do a practical, when it's proven, a theory has been proven, then you believe. But in religion, it's the other way round. You believe what your Guru tells you, and then you practice it. And you will not practice it until you believe in the Guru or believe that it's true. And he talked about Hukam and how important Hukam was. This is really amazing. I see Sikhs around me and I respect them a lot more than me because they respect the Guru's Hukam.
I bow down to the Guru and they bow down to the Guru, but the difference is they follow what's written in Guru Granth Sahib Ji Maharaj. They follow the hukam of our 10 Gurus. And he was saying sometimes we say we keep rehat, but it's the opposite. Rehat keeps us. By following Guru's hukam, by having our rehat, our discipline, our code of conduct, we are the ones who are protected, and rehat keeps us. And he even used an example of Bhai Joga Singh's Sakhi, where because he had his rehat, because he had his bana, he was actually prevented from going down or doing something bad. And he went on to explain that Guru Angad Dev Ji always followed the hukam of Guru Nanak Dev Ji, and that's why he became the next Guru. Examples were used where Guru Nanak Dev Ji told him to climb a tree with bitter fruit and shake it, and said from it would fall sweet fruit. However, even people he asked others, nobody would go up the tree, but Guru Angad Dev Ji, or Bhai Lena at the time, he went up because he said, I will do what my Guru said. Whether it works, whether it's true or not, is down to my Guru. And the other one he used was where Guru Angad Dev Ji, before he came Guru, was asked to go into the mud and collect a utensil with all his clothes on. And even though Guru Nanak Dev Ji asked his own 2 sons, they didn't go, but Guru Angad Dev Ji did, because again it was all about hukam. And finally he mentioned Guru Gobind Singh Ji Maharaj. On the day of Vaisakhi he called 80,000 Sikhs, and people came from all round, everywhere. Sikhs came from all around, all towns. But only 5 were accepted, the 5 who followed the hukam. And the hukam was, the first command was, I need a head. And 5 Singhs gave their head, and they became the 5 beloved ones because of following the hukam. And after becoming the Panj Pyare, they became Panch Pravan, as we read in Japji Sahib every day. Panch Pravan, Panch Pradhan, Panche Pave Darge Man. So just to wrap up, Sangat is all about respect for Guruji when you go in the Gurdwara Sahib, and for the Sangat around you, respect for both. And it's about going there to follow the hukam, to follow what we can. And if we can't, let's at least respect those who do follow the hukam that we do not have the ability to follow yet. So I'd like to thank very much again Bhai Harbinder Singh Ji for his katha. Like I say, I haven't got that knowledge, I've only repeated and translated. We do have katha vachiks who do katha in English on this channel, and will do it again in the future, and they will do it at that standard. In fact, Bhai Harbinder Singh Ji can, but we prefer him to do Punjabi. So keep watching Akal channel for more katha in English by qualified Gursikhs who follow hukam. Vaheguru Ji Ka Khalsa, Vaheguru Ji Ki Fateh. ਸਿੱਖੀ ਸਿੱਖਿਆ ਗੁਰ ਵਿਚਾਰ